ਅੱਜ ਦਾ ਟੌਪਿਕ ਹੈ ਜਿਹੜਾ ਉਹ ਹੈਗਾ ਲੋਕ ਜਿਹੜੇ ਆਪਣੇ ਅਗੂਆਂ ਦੇ ਆਗਿਆਕਾਰ ਨਹੀਂ। ਤੇ ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਪੜ੍ਹਦੇ ਹਾਂ ਤਾਂ ਸਾਨੂੰ ਕਈ ਗੱਲਾਂ ਦਾ ਪਤਾ ਲੱਗਦਾ ਵਾ। ਪਰਮੇਸ਼ਵਰ ਦੇ ਵਚਨ ਦੇ ਵਿੱਚ ਜਦੋਂ ਅਸੀਂ ਸਿੱਖਦੇ ਹਾਂ, ਬਹੁਤ ਘੱਟ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਜ਼ਿਆਦਾਤਰ ਪਰਮੇਸ਼ਵਰ ਦੇ ਵਚਨ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਉਹ ਪੜ੍ਹਦੇ ਆ ਤਾਂ ਉਹਨਾਂ ਨੂੰ ਦੱਸੀ ਜਾਂਦਾ, ਕਿਉਂਕਿ ਪਰਮੇਸ਼ਵਰ ਦਾ ਆਤਮਾ ਜਿਹੜਾ ਵਾ ਉਹਨਾਂ ਦੇ ਉੱਤੇ ਕੰਮ ਕਰਦਾ। ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਪ੍ਰਾਰਥਨਾਵਾਂ ਕਰਨੀ ਸਿਖਾਉਣੀ ਨਹੀਂ ਪੈਂਦੀ। ਬਹੁਤ ਸਾਰੇ ਲੋਕ ਆ ਜਿਨ੍ਹਾਂ ਨੂੰ ਕੀ ਆ ਅਸੀਂ ਵੇਖਦੇ ਹਾਂ ਵੀ ਬਾਈਬਲ ਟ੍ਰੇਨਿੰਗ ਲੈਣ ਦੀ ਜ਼ਰੂਰਤ ਨਹੀਂ ਪੈਂਦੀ, ਉਹਨਾਂ ਨੂੰ ਪਰਮੇਸ਼ਵਰ ਦਾ ਆਤਮਾ ਜਿਹੜਾ ਵਾ ਉਹ ਸਿਖਾਉਂਦਾ ਵਾ। ਬੜੀ ਗਹਿਰਾਈ ਤੱਕ ਉਹਨਾਂ ਨੂੰ ਪਰਮੇਸ਼ਵਰ ਦਾ ਆਤਮਾ ਜਿਹੜਾ ਵਾ ਉਹ ਸਿਖਾਉਂਦਾ ਵਾ। ਤੇ ਅੱਜ ਦਾ ਵਚਨ ਜਿਹੜਾ ਵਾ ਉਹ ਅਸੀਂ ਇਹ ਸਿੱਖਾਂਗੇ ਕਿ ਜਦੋਂ ਅਸੀਂ ਪਰਮੇਸ਼ਵਰ ਦੇ ਸਕੂਲ ਦੇ ਵਿੱਚ ਜਾਂਦੇ ਹਾਂ, ਜਿਹੜਾ ਪਰਮੇਸ਼ਵਰ ਨੇ ਸਾਨੂੰ ਦਿੱਤਾ ਵਾ, ਉਹਦੇ ਆਰਾਧਨਾਲय ਦੇ ਵਿੱਚ ਜਾਂਦੇ ਹਾਂ, ਉਹਦੇ 'ਚ ਪ੍ਰਵੇਸ਼ ਕਰਦੇ ਹਾਂ, ਤੇ ਅਸੀਂ ਕਿੰਨੇ ਸਮਝਦਾਰ ਲੋਕ ਹੋ ਜਾਂਦੇ ਹਾਂ। ਸਾਨੂੰ ਸਮਝ ਆਉਂਦੀ ਹੈ, ਦੁਨੀਆ ਦੇ ਵਿੱਚ ਰਹਿਣ ਦਾ ਸਾਨੂੰ ਤਰੀਕਾ ਆ ਜਾਂਦਾ ਵਾ, ਸਾਨੂੰ ਸਾਡੇ ਅੜੋਸ ਪੜੋਸ ਦੇ ਨਾਲ ਗੱਲਬਾਤ ਕਰਨ ਦਾ ਤਰੀਕਾ ਆ ਜਾਂਦਾ ਵਾ, ਤੇ ਸਾਨੂੰ ਕੀ ਆ ਪਰਮੇਸ਼ਵਰ ਸਮਝ ਦਿੰਦਾ ਵਾ। ਕਿਉਂਕਿ ਪਰਮੇਸ਼ਵਰ ਦਾ ਵਚਨ ਦੱਸਦਾ ਵਾ ਜਿਹਨੂੰ ਬੁੱਧੀ ਦਾ ਘਾਟਾ ਵਾ, ਜਿਹਨੂੰ ਅਕਲ ਦਾ ਘਾਟਾ ਵਾ, ਉਹ ਮੇਰੇ ਕੋਲੇ ਮੰਗੇ ਤੇ ਮੈਂ ਉਹਨੂੰ ਬਿਨਾਂ ਉਲਾਮੇ ਦੇ ਦੇਵਾਂਗਾ। ਤੇ ਜਦੋਂ ਅਸੀਂ ਪਰਮੇਸ਼ਵਰ ਦੇ ਕੋਲੋਂ ਮੰਗਦੇ ਹਾਂ ਤੇ ਪਰਮੇਸ਼ਵਰ ਸਾਨੂੰ ਦਿੰਦਾ ਵਾ। ਤੇ ਇਸ ਕਰਕੇ ਜਿਹੜਾ ਸਾਡਾ ਫਰਜ਼ ਬਣਦਾ ਵਾ, ਅੱਜ ਦਾ ਵਚਨ ਜਿਹੜਾ ਵਾ ਇਹ ਇੱਕ ਚੇਤਾਵਨੀ ਆ ਸਾਡੇ ਵਾਸਤੇ। ਪਰਮੇਸ਼ਵਰ ਸਾਨੂੰ ਅਲਰਟ ਕਰਦਾ ਵਾ, ਕਿਉਂਕਿ ਜਿਹੜਾ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਮੁਤਾਬਿਕ ਨਹੀਂ ਚੱਲਦੇ, ਉਹਨਾਂ ਵਚਨਾਂ ਨੂੰ ਕਈ ਵਾਰੀ ਅਸੀਂ ਸਮਝ ਨਹੀਂ ਪਾਉਂਦੇ, ਤੇ ਉਸ ਵਚਨ ਨੂੰ ਸਮਝਣ ਦੇ ਵਾਸਤੇ ਪਰਮੇਸ਼ਵਰ ਸਾਨੂੰ ਚੇਤਾਵਨੀ ਦਿੰਦਾ ਵਾ ਵੀ ਤੁਸੀਂ ਚੁਕੰਨੇ ਹੋ ਜਾਓ, ਕਿਤੇ ਜਿਹੜੇ ਕੰਮ ਅੱਜ ਪਰਮੇਸ਼ਵਰ ਦਾ ਵਚਨ ਸਾਡੇ ਵਾਸਤੇ ਆਇਆ ਵਾ, ਅੱਜ ਜਿਹੜੀ ਪਰਮੇਸ਼ਵਰ ਦੀ ਚੇਤਾਵਨੀ ਸਾਡੇ ਵਾਸਤੇ ਆਈ ਆ, ਅਸੀਂ ਇਹ ਕੰਮ ਨਾ ਕਰੀਏ। ਅੱਜ ਦੀ ਚੇਤਾਵਨੀ ਤੇ ਗੌਰ ਕਰੀਏ, ਅਸੀਂ ਅੱਜ ਦੇ ਵਚਨ ਤੇ ਅਸੀਂ ਅਮਲ ਕਰੀਏ। ਆਦਮ ਤੇ ਹਵਾ ਨੇ ਪਰਮੇਸ਼ਵਰ ਦੇ ਵਚਨਾਂ ਨੂੰ ਗਹਿਰਾਈ ਦੇ ਨਾਲ ਨਹੀਂ ਸੀ ਸਮਝਿਆ, ਪਰਮੇਸ਼ਵਰ ਦੇ ਵਚਨਾਂ ਨੂੰ ਇੰਨੀ ਡਿਟੇਲ ਦੇ ਵਿੱਚ ਨਹੀਂ ਸੀ ਲਿਆ ਜਿੰਨੀ ਡਿਟੇਲ ਦੇ ਵਿੱਚ ਉਹਨੂੰ ਸੁਣਨਾ ਚਾਹੀਦਾ ਸੀ। ਪਰ ਉਹਨਾਂ ਨੇ ਕੀ ਕੀਤਾ? ਆਪਣੇ ਫਾਇਦੇ ਲਈ ਪਰਮੇਸ਼ਵਰ ਦੀ ਆਗਿਆਵਾਂ ਨੂੰ ਟਾਲ ਦਿੱਤਾ, ਆਪਣੇ ਫਾਇਦੇ ਲਈ। ਤੇ ਇਸ ਕਰਕੇ ਸਾਨੂੰ ਕਦੀ ਵੀ ਆਪਣੇ ਫਾਇਦੇ ਵਾਸਤੇ ਪਰਮੇਸ਼ਵਰ ਦੇ ਦਾਸ ਨੂੰ, ਪਰਮੇਸ਼ਵਰ ਦੇ ਵਚਨਾਂ ਨੂੰ, ਪਰਮੇਸ਼ਵਰ ਦੀ ਆਗਿਆਵਾਂ ਨੂੰ ਜਿਹੜਾ ਵਾ ਉਹ ਅਸੀਂ ਟਾਲਣਾ ਨਹੀਂ ਆ, ਅਸੀਂ ਇਗਨੋਰ ਨਹੀਂ ਕਰਨਾ। ਅਸੀਂ ਬੜਾ ਕੁਝ ਕਰ ਦਿੰਦੇ ਹਾਂ। ਬਹੁਤ ਸਾਰੇ ਲੋਕ ਜਿਹੜੇ ਆ ਉਹ ਬੋਲਣ ਲੱਗ ਪੈਂਦੇ ਆ। ਇਸ ਕਰਕੇ ਜਿਹੜਾ ਅਸੀਂ ਪਾਸਟਰ ਦੇ ਖਿਲਾਫ ਬੋਲਦੇ ਹਾਂ ਜਾਂ ਪਾਸਟਰ ਨੂੰ ਦੱਸਦੇ ਹਾਂ, ਜਿਹੜਾ ਸਾਡਾ ਆਗੂ ਆ, ਸਾਨੂੰ ਸਿਖਾਉਣ ਵਾਲਾ ਵਾ, ਅਸੀਂ ਉਹਦੇ ਖਿਲਾਫ ਜੇ ਕੋਈ ਗੱਲ ਕਰਦੇ ਹਾਂ ਤੇ ਅਸੀਂ ਉਹਦੇ ਖਿਲਾਫ ਨਹੀਂ ਕਰਦੇ, ਬਲਕਿ ਕਿਹਦੇ ਖਿਲਾਫ ਕਰਦੇ ਹਾਂ? ਪਰਮੇਸ਼ਵਰ ਦੇ ਖਿਲਾਫ ਕਰਦੇ ਹਾਂ। ਇਹ ਮੈਂ ਨਹੀਂ ਕਹਿੰਦਾ, ਪਰਮੇਸ਼ਵਰ ਦਾ ਵਚਨ ਦੱਸਦਾ ਵਾ। ਨਿਰਗਮਨ ਦੀ ਕਿਤਾਬ ਉਹਦਾ 16 ਅਧਿਆਇ 7 ਤੇ 8 ਵਚਨ ਸਾਨੂੰ ਪਤਾ ਲੱਗਦਾ ਵਾ ਵੀ ਅਸੀਂ ਕਿਸ ਤਰੀਕੇ ਦੇ ਨਾਲ ਗੱਲ ਕਰਦੇ ਹਾਂ, ਕਿਹਦੇ ਨਾਲ ਗੱਲ ਕਰਦੇ ਹਾਂ ਤੇ ਕਿਹਨੂੰ ਕਹਿੰਦੇ ਹਾਂ। ਸਾਨੂੰ ਕਦੇ ਵੀ ਆਪਣੇ ਫਾਇਦੇ ਵਾਸਤੇ ਪਰਮੇਸ਼ਵਰ ਦੇ ਦਾਸ ਦਾ ਅਨਾਦਰ ਨਹੀਂ ਕਰਨਾ ਚਾਹੀਦਾ। ਤੇ ਇਸ ਕਰਕੇ ਸਾਨੂੰ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਪਰਮੇਸ਼ਵਰ ਦੀ ਮਰਜ਼ੀ ਦੇ ਖਿਲਾਫ ਹੋਵੇ। ਨਿਰਗਮਨ ਦੀ ਕਿਤਾਬ 16 ਅਧਿਆਇ ਉਹਦਾ 7 ਔਰ 8 ਵਚਨ। और भोर को तुम्हें यहोवा का तेज देख पड़ेगा, और भोर को तुम्हें यहोवा का तेज देख पड़ेगा। सवेर ਨੂੰ ਤੁਹਾਨੂੰ ਪਰਮੇਸ਼ਵਰ ਦੀ ਜਿਹੜੀ ਆ ਨੂਰ ਆ ਉਹ ਵਿਖੇਗਾ। क्योंकि तुम यहोवा पर बुड़बुड़ाते हो, ਕਿਉਂਕਿ ਤੁਸੀਂ ਲੋਕ ਕੀ ਆ ਪਰਮੇਸ਼ਵਰ ਦੇ ਉੱਤੇ, ਯਹੋਵਾ ਦੇ ਉੱਤੇ ਬੁੜਬੁੜਾਉਂਦੇ ਹੋ, ਪਰਮੇਸ਼ਵਰ ਦੇ ਉੱਤੇ ਚਿਲਾਉਂਦੇ ਹੋ ਤੁਸੀਂ। और हम क्या है कि तुम हम पर बुड़बुड़ाते हो। ਅਸੀਂ ਕੌਣ ਆ? ਅਸੀਂ ਕੀ ਆ ਜਿਹੜਾ ਤੁਸੀਂ ਸਾਨੂੰ ਕਹਿੰਦੇ ਜੋ? ਪਰਮੇਸ਼ਵਰ ਦਾ ਦਾਸ ਕੀ ਹੈ ਜਿਹੜਾ ਤੁਸੀਂ ਉਹਨੂੰ ਬੋਲਦੇ ਹੋ? फिर मूसा ने कहा, यह तब होगा जब यहोवा सांझ को तुम्हें खाने के लिए मांस और भोर को रोटी मनमाने देगा। ਇਹ ਉਦੋਂ ਹੋਏਗਾ ਜਦੋਂ ਪਰਮੇਸ਼ਵਰ ਤੁਹਾਨੂੰ ਸਾਂਝ ਨੂੰ ਬਟੇਰੇ ਤੇ ਸਵੇਰ ਨੂੰ ਤੁਹਾਡੀ ਮਨ ਮਰਜ਼ੀ ਦੀ ਰੋਟੀ ਤੁਹਾਨੂੰ ਦੇਗਾ। क्योंकि तुम जो उस पर बुड़बुड़ाते हो उसे वह सुनता है। ਤੁਸੀਂ ਜਿਹੜਾ ਵੀ ਉਹਦੇ ਉੱਤੇ ਬੁੜਬੁੜਾਉਂਦੇ ਹੋ ਪਰਮੇਸ਼ਵਰ ਉਹਨੂੰ ਸੁਣਦਾ ਵਾ। और हम पर क्या है? तुम्हारा बुड़बुड़ाना हम पर नहीं, यहोवा ही पर होता है। ਅਸੀਂ ਕੀ ਚੀਜ਼ ਆ?
ਤੁਹਾਡਾ ਜੋ ਵੀ ਕੁਝ ਬੋਲਣਾ ਵਾ, ਤੁਹਾਡਾ ਚਿਲਾਉਣਾ ਵਾ, ਤੁਹਾਡਾ ਰੌਲਾ ਪਾਉਣਾ ਵਾ, ਤੁਹਾਡਾ ਕੁਝ ਵੀ ਮਾੜਾ ਚੰਗਾ ਬੋਲਣਾ ਵਾ, ਅਸੀਂ ਕੌਣ ਆ? ਸਾਡੇ ਉੱਤੇ ਨਹੀਂ ਬਲਕਿ ਪਰਮੇਸ਼ਵਰ ਦੇ ਉੱਤੇ ਹੁੰਦਾ ਵਾ। ਇਸ ਕਰਕੇ ਜਦੋਂ ਪਰਮੇਸ਼ਵਰ ਦਾ ਵਚਨ ਆਪਾਂ ਪੜ੍ਹਦੇ ਹਾਂ ਤੇ ਇਹਦੇ ਵਿੱਚ ਦੱਸਿਆ ਜਾਂਦਾ ਵਾ ਕਿ ਜਦੋਂ ਮੂਸਾ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੀ ਗੁਲਾਮੀ ਦੇ ਵਿੱਚੋਂ ਕੱਢ ਕੇ ਲਿਆਇਆ ਸੀ, ਉੱਥੇ ਮਿਸਰ ਦੇ ਵਿੱਚ ਅਸੀਂ ਜਿਹੜਾ ਵਾ ਉਹ ਮੀਟ ਖਾਂਦੇ ਸੀ, ਬੜੀਆਂ ਚੀਜ਼ਾਂ ਇਹੋ ਜਿਹੀਆਂ ਸਵਾਦਲੇ ਭੋਜਨ, ਮਨਮਾਨੀ ਆਪਣੀ ਮਰਜ਼ੀ ਦੇ ਜੋ ਚੀਜ਼ ਸਾਨੂੰ ਚੰਗਾ ਲੱਗਦਾ ਸੀ ਉਹ ਅਸੀਂ ਖਾਂਦੇ ਸੀ, ਤੇ ਇੱਥੇ ਸਾਨੂੰ ਭੁੱਖੇ ਮਰਨ ਨੂੰ ਲੈ ਆਏ ਜੇ। ਤੇ ਇਸ ਕਰਕੇ ਇਹਨੇ ਜੋ ਮੂਸਾ ਨੇ ਪਰਮੇਸ਼ਵਰ ਦੇ ਨਾਲ ਗੱਲ ਕੀਤੀ ਤੇ ਪਰਮੇਸ਼ਵਰ ਨੇ ਮੂਸਾ ਨੂੰ ਜਵਾਬ ਦਿੱਤਾ ਵੀ ਇਸ ਤਰੀਕੇ ਦੇ ਨਾਲ ਕਰੋ। ਪਰਮੇਸ਼ਵਰ ਨੇ ਫਿਰ ਉਹਨਾਂ ਵਾਸਤੇ ਠੰਡੀ ਹਵਾ ਚਲਾਈ ਔਰ ਉਹਦੇ ਨਾਲ ਕੀ ਆ, ਕਾਫੀ ਸਾਰੇ ਬਟੇਰੇ ਜਿਹੜੇ ਆ ਉਹਨਾਂ ਦੇ ਕੋਲੇ ਪਹੁੰਚੇ। ਤੇ ਜਿਨ੍ਹਾਂ ਨੇ ਵੀ ਪਰਮੇਸ਼ਵਰ ਦੇ ਦਾਸ ਦੇ ਨਾਲ ਲੜ ਕੇ ਖਾਣ ਨੂੰ ਕੋਈ ਚੀਜ਼ ਮੰਗੀ ਸੀ, ਪਰਮੇਸ਼ਵਰ ਦੇ ਦਾਸ ਦੇ ਉੱਤੇ ਬੁੜਬੁੜਾ ਕੇ, ਰੌਲਾ ਪਾ ਕੇ, ਚਿਲਾ ਕੇ ਜਦੋਂ ਕੋਈ ਚੀਜ਼ ਮੰਗੀ ਸੀ ਤੇ ਸਾਰਿਆਂ ਨੇ ਅਜੇ ਬੁਰਕੀ ਮੂੰਹ 'ਚ ਹੀ ਰੱਖੀ ਸੀ, ਉਹ ਮਰ ਗਏ ਸੀ ਸਾਰੇ। ਪੂਰੀ ਆਪਦੇ ਗਲੇ ਦੇ ਵਿੱਚ ਟਪਾਈ ਵੀ ਨਹੀਂ ਆ ਤੇ ਸਾਰੇ ਮਰ ਗਏ ਸੀ। ਕਾਰਨ ਕੀ ਸੀ ਕਿ ਉਹਨਾਂ ਨੇ ਪਰਮੇਸ਼ਵਰ ਦੀ ਮਰਜ਼ੀ ਦੇ ਖਿਲਾਫ ਜਿਹੜਾ ਵਾ ਉਹ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰਮੇਸ਼ਵਰ ਦੇ ਦਾਸ ਨੂੰ ਜਦੋਂ ਆਪਣੀ ਮਰਜ਼ੀ ਦੇ ਮੁਤਾਬਿਕ ਚੱਲਣ ਨੂੰ ਕਹਿੰਦੇ ਸੀ ਸਾਡੇ ਹਿਸਾਬ ਦੇ ਨਾਲ ਚੱਲ, ਤੇ ਪਰਮੇਸ਼ਵਰ ਦਾ ਦਾਸ ਜਿਹੜਾ ਵਾ ਉਹ ਕਲੀਸਿਆ ਦੇ ਹਿਸਾਬ ਦੇ ਨਾਲ ਨਹੀਂ ਬਲਕਿ ਪਰਮੇਸ਼ਵਰ ਦੇ ਹਿਸਾਬ ਦੇ ਨਾਲ ਚੱਲਦਾ ਵਾ। ਤੇ ਅਸੀਂ ਕੀ ਕਰਦੇ ਹਾਂ? ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਪਾਦਰੀ ਉਸੇ ਤਰ੍ਹਾਂ ਕਰੇ, ਤੇ ਜੇ ਪਾਦਰੀ ਨੇ ਉਸੇ ਤਰ੍ਹਾਂ ਹੀ ਕਰਨਾ ਵਾ, ਪਰਮੇਸ਼ਵਰ ਦੇ ਦਾਸ ਨੇ ਉਸੇ ਤਰ੍ਹਾਂ ਹੀ ਕਰਨਾ ਵਾ। ਜਿਹੜਾ ਤੁਹਾਡਾ ਆਗੂ ਆ ਜਿਸ ਤਰੀਕੇ ਨਾਲ ਤੁਸੀਂ ਕਰਨਾ ਵਾ ਤੇ ਫਿਰ ਉਸੇ ਤਰ੍ਹਾਂ ਹੀ ਕਰਨਾ ਵਾ ਜਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ। ਤੇ ਫਿਰ ਉਹਦਾ ਇੱਥੇ ਕੀ ਕੰਮ? ਫਿਰ ਤਾਂ ਤੁਹਾਡਾ ਹੀ ਦਿਮਾਗ ਚੱਲਣ ਰਿਹਾ ਵਾ, ਪਰਮੇਸ਼ਵਰ ਦਾ ਕੰਮ ਤੇ ਕਿਤੇ ਹੈ ਹੀ ਨਹੀਂ, ਫਿਰ ਤਾਂ ਸਾਡੀ ਮਰਜ਼ੀ ਹੋ ਗਈ ਨਾ। ਤੇ ਇਸ ਕਰਕੇ ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਕੀ ਆ ਪਰਮੇਸ਼ਵਰ ਦੀ ਜਿਹੜੀ ਆ ਇਨਸਲਟ ਹੋਵੇ, ਜਿਹਦੇ ਨਾਲ ਪਰਮੇਸ਼ਵਰ ਦਾ ਜਿਹੜਾ ਕੋਪ ਭੜਕੇ ਤੇ ਸਾਡੇ ਤੇ ਨੁਕਸਾਨਦਾਇਕ ਹੋਵੇ। ਇਫਸੀਓਂ ਦੀ ਕਿਤਾਬ 5 ਅਧਿਆਏ ਉਹਦਾ 16 ਤੇ 17 ਵਚਨ। अवसर को बहुमूल्य समझो क्योंकि दिन बुरे हैं। ਅਵਸਰ ਨੂੰ ਬਹੁਤ ਕੀਮਤੀ ਸਮਝੋ। ਅੱਜ ਦਾ ਸਮਾਂ ਬੜਾ ਕੀਮਤੀ ਆ। ਅੱਜ ਦੇ ਸਮੇਂ ਨੂੰ ਇਹੋ ਜਿਹਾ ਨਾ ਸਮਝੋ ਵੀ ਅਜੇ ਬੜਾ ਟਾਈਮ ਪਿਆ ਵਾ, ਇਹ ਨਾ ਸੋਚੋ। ਅਵਸਰ ਨੂੰ ਬੜਾ ਕੀਮਤੀ ਸਮਝੋ, ਬਹੁਤ ਮੁੱਲਿਆ ਸਮਝੋ। ਹਾਂਜੀ, ਇਸ ਕਾਰਨ ਨਿਰਬੁੱਧੀ ਨਾ ਹੋ। ਇਸ ਕਰਕੇ ਬਿਨਾਂ ਬੁੱਧੀ ਦੇ ਨਾ ਹੋਵੋ। ਬੁੱਧੀ ਕੀ ਹੁੰਦੀ ਆ? ਕੋਈ ਦੱਸ ਸਕਦਾ? ਬੁੱਧੀ ਪਰਮੇਸ਼ਵਰ ਦਾ ਡਰ ਰੱਖਣਾ ਬੁੱਧੀ ਆ। ਆਂਦਾ ਤੁਸੀਂ ਨਿਰਬੁੱਧ ਨਾ ਹੋਵੋ, ਪਰਮੇਸ਼ਵਰ ਦਾ ਡਰ ਆਪਣੇ ਅੰਦਰੋਂ ਨਾ ਕੱਢੋ। ਡਰ ਉਹ ਨਹੀਂ ਆ ਕਿ ਅਸੀਂ ਕੰਬਦੇ ਫਿਰੀਏ, ਡਰਦੇ ਫਿਰੀਏ। ਸਾਡੇ ਅੰਦਰ ਇੱਕ ਰਿਸਪੈਕਟ ਜਿਹੜੀ ਆ ਪਰਮੇਸ਼ਵਰ ਦੇ ਵਾਸਤੇ ਹੋਣੀ ਚਾਹੀਦੀ ਆ, ਇੱਕ ਇੱਜ਼ਤ ਹੋਣੀ ਚਾਹੀਦੀ ਆ। ਉਹ ਇੱਜ਼ਤ ਵਾਲਾ ਡਰ ਜਿਹੜਾ ਵਾ ਸਾਡੇ ਅੰਦਰ ਹੋਣਾ ਚਾਹੀਦਾ ਵਾ। ਇਸ ਕਰਕੇ ਜਿਹੜੀ ਨਿਰਬੁੱਧੀ, ਪਰਮੇਸ਼ਵਰ ਦੇ ਡਰ ਤੋਂ ਬਗੈਰ ਨਾ ਹੋਵੋ। ਤੁਸੀਂ ਨਿਰਬੁੱਧੀ ਨਾ ਹੋਵੋ। ਅੱਗੇ, इस कारण निर्बुद्धि न हो पर ध्यान से समझो कि प्रभु की इच्छा क्या है। ਪਰ ਬੜੇ ਧਿਆਨ ਦੇ ਨਾਲ ਸਮਝੋ ਕਿ ਪਰਮੇਸ਼ਵਰ ਕੀ ਚਾਹੁੰਦਾ ਵਾ। ਤੇ ਸਮਝ ਕੀ ਹੁੰਦੀ ਆ? ਬੜੇ ਧਿਆਨ ਦੇ ਨਾਲ ਸਮਝਣਾ ਵਾ। ਤੇ ਸਮਝ ਤਾਂ ਹੀ ਸਕਦੇ ਆ ਜੇ ਸਾਨੂੰ ਪਤਾ ਹੈਗਾ ਵੀ ਸਮਝ ਹੁੰਦੀ ਕੀ ਆ। ਪਹਿਲਾਂ ਅਸੀਂ ਸੁਣਿਆ ਸੀ ਬੁੱਧੀ ਕੀ ਹੁੰਦੀ ਆ। ਪਰਮੇਸ਼ਵਰ ਦਾ ਡਰ ਰੱਖਣਾ ਤੇ ਬੁੱਧੀ ਆ। ਸਮਝ ਕੀ ਹੁੰਦੀ ਹੈ? ਪਾਪ ਤੋਂ ਦੂਰ ਰਹਿਣਾ ਨਾ, ਬੁਰਾਈ ਤੋਂ ਦੂਰ ਰਹਿਣਾ ਸਮਝ ਆ। ਅਯੂਬ ਦੀ ਕਿਤਾਬ 28 ਅਧਿਆਏ ਉਹਦਾ 28 ਵਚਨ ਪੜ੍ਹੀਏ ਤੇ ਸਾਨੂੰ ਸਾਫ਼ ਪਤਾ ਲੱਗਦਾ ਵਾ ਬੁੱਧੀ ਕੀ ਆ ਤੇ ਸਾਫ਼ ਪਤਾ ਲੱਗਦਾ ਵਾ ਸਮਝ ਕੀ ਆ। ਇਸ ਕਰਕੇ ਕਿਤਾਬ ਕੱਢਣੀ ਨਹੀਂ ਅਜੇ ਮੈਂ, ਜੇ ਆਪਾਂ ਉੱਧਰ ਚੱਲਾਂਗੇ ਤਾਂ ਟੌਪਿਕ ਆਪਣਾ ਭਟਕ ਜਾਏਗਾ। ਤੇ ਇਸ ਕਰਕੇ ਅਸੀਂ ਜਿਹੜੇ ਟੌਪਿਕ 'ਤੇ ਚੱਲਣ ਦੇ ਆ ਅਸੀਂ ਉਸੇ ਟੌਪਿਕ ਦੇ ਉੱਤੇ ਰਹਿਣਾ ਵਾ। ਆਂਦਾ ਅੱਜ ਦਾ ਸਮਾਂ ਜਿਹੜਾ ਵਾ ਉਹ ਇਹੋ ਜਿਹਾ ਵਾ, ਇਹਨੂੰ ਤੁਸੀਂ ਬੜਾ ਕੀਮਤੀ ਸਮਾਂ ਸਮਝਣਾ ਵਾ। ਅੱਜ ਦਾ ਸਮਾਂ ਜਿਹੜਾ ਹੋ ਸਕਦਾ ਦੁਬਾਰੀ ਤੁਹਾਡੇ ਵਿੱਚ ਨਾ ਆਵੇ। ਅੱਜ ਦਾ ਸਮਾਂ ਜਿਹੜਾ ਅੱਜ ਤੁਹਾਡੇ ਕੋਲ ਹੈਗਾ ਵਾ ਕੱਲ ਚਲਾ ਜਾਏਗਾ। ਇਸ ਕਰਕੇ ਸਾਨੂੰ ਜਿਹੜਾ ਅਵਸਰ ਮਿਲਿਆ ਵਾ ਪਰਮੇਸ਼ਵਰ ਦਾ ਅੱਜ ਉਹਦੇ ਵਚਨ ਗ੍ਰਹਿਣ ਕਰਨ ਦਾ, ਉਹਦੇ ਕੋਲੋਂ ਸਿੱਖਣ ਦਾ, ਤੇ ਸਾਨੂੰ ਕੀ ਆ ਸਿੱਖਣਾ ਚਾਹੀਦਾ ਵਾ। ਤੇ ਇਸ ਕਰਕੇ ਇਹੋ ਜਿਹਾ ਕੁਝ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਪਰਮੇਸ਼ਵਰ ਦੀ ਮਰਜ਼ੀ ਦੇ ਖਿਲਾਫ ਹੋਵੇ। ਅੱਜ ਦਾ ਜਿਹੜਾ ਵਚਨ ਆ ਇਹ ਬੜਾ ਕੀਮਤੀ ਵਚਨ ਆ।
ਸਾਨੂੰ ਪਤਾ ਲੱਗਦਾ ਵਾ ਵੀ ਅਸੀਂ ਕੀ ਕਰਦੇ ਹਾਂ। ਅਸੀਂ ਜਾਣੇ ਅਣਜਾਣੇ ਦੇ ਵਿੱਚ ਪਰਮੇਸ਼ਵਰ ਦੇ ਦਾਸ ਨੂੰ ਮਾੜਾ ਚੰਗਾ ਬੋਲ ਦਿੰਦੇ ਹਾਂ। ਉਹਦੇ ਦਾਸ ਨੂੰ ਨਹੀਂ ਬਲਕਿ ਉਹਦੇ ਐਲਡਰ ਨੂੰ ਵੀ, ਜਿਹੜੇ ਪ੍ਰਾਚੀਨ ਹੈ ਕਲੀਸਿਆ ਦੇ ਵਿੱਚ, ਉਹਨਾਂ ਨੂੰ ਵੀ ਅਸੀਂ ਮਾੜਾ ਚੰਗਾ ਕਹਿ ਦਿੰਦੇ ਹਾਂ। ਲੇਵੀਆਂ ਵਾਸਤੇ ਵੀ। ਹਾਂਜੀ, ਪਤਾ ਲੱਗ ਗਿਆ ਨਾ ਸਮਝ ਕੀ ਹੁੰਦੀ ਆ। बुराई तो दूर रहना समझ आ। पहला थिस्सलुनीकियों 5 अध्याय उनका 12 और 13 वचन। हाँ जी, संत पौलुस रसूल सानू की कहंदा वा, की चुनौती दिंदा सानू संत पौलुस रसूल अज दे वचन के मुताबिक। पहला थिस्सलुनीकियों 5 अध्याय उनका 12 और 13 वचन। भाइयों, हाँ जी, हम तुमसे विनती करते हैं कि हाँ जी, जो तुम्हें परिश्रम करते हैं, हाँ जी, और प्रभु में तुम्हारे अगुए हैं, हाँ जी, और तुम्हें शिक्षा देते हैं, उनका सम्मान करो। आंदा है भरावो, मैं हथ जोड़दा तुहाडे अगे बेनती करदा वां कि ਜਿਹੜੇ ਤੁਹਾਡੇ ਪ੍ਰਾਚੀਨ ਆ ਕਲੀਸਿਆ ਦੇ ਵਿੱਚ ਤੁਹਾਡੇ ਆਗੂ ਆ, ਖਾਸ ਕਰਕੇ ਜਿਹੜੇ ਤੁਹਾਨੂੰ ਪਰਮੇਸ਼ਵਰ ਦਾ ਵਚਨ ਸੁਣਾਉਂਦੇ ਆ, ਉਹਨਾਂ ਦੀ ਕੀ ਕਰੋ? ਇੱਜ਼ਤ ਕਰੋ। ਅੱਗੇ, और उनके काम के कारण प्रेम के साथ उनको बहुत ही आदर के योग्य समझो। और ਉਹਨਾਂ ਦੇ ਕੰਮ ਦੇ ਨਾਲ ਉਹਨਾਂ ਦੀ ਮਿਹਨਤ ਵੇਖ ਕੇ ਤੁਸੀਂ ਉਹਨਾਂ ਨੂੰ ਬਹੁਤ ਹੀ ਆਦਰ ਦੇ ਯੋਗ ਸਮਝੋ, ਬਹੁਤ ਜ਼ਿਆਦਾ ਆਦਰ ਦੇ ਯੋਗ। ਤੇ ਅਸੀਂ ਕੀ ਕਰਦੇ ਹਾਂ? ਜਦੋਂ ਪਾਦਰੀ ਸਾਹਿਬ ਸਾਡੇ ਘਰੇ ਆ ਜਾਂਦੇ ਆ, ਪਾਦਰੀ ਸਾਹਿਬ 1 ਮਿੰਟ ਬੈਠੋ, ਮੈਨੂੰ ਨਾ ਥੋੜਾ ਜਿਹਾ ਪਿਆਜ਼ ਰਹਿ ਗਿਆ ਛਿੱਲ ਲਾ, ਹਨਾ, ਥੋੜਾ ਜਿਹਾ ਕੰਮ ਰਹਿ ਗਿਆ ਵਾ, 1 ਮਿੰਟ ਬਸ ਪਾਦਰੀ ਸਾਹਿਬ ਬੈਠੋ, ਤੁਸੀਂ ਭਾਂਡੇ ਮਾਂਜ ਕੇ ਆਉਣੀ ਆ ਬਸ ਹੁਣੇ ਕੁੜੀ ਨੇ ਇਕੱਠੇ ਕੀਤੇ, 5 ਮਿੰਟਾਂ ਦਾ ਕੰਮ ਹੈ ਮੇਰਾ, ਹਨਾ। ਇਹ ਵੇਖੋ, ਪਾਦਰੀ ਇੱਕ ਤੇ ਕਲੀਸਿਆ ਜ਼ਿਆਦਾ ਜਾਣੇ ਆ, ਹਨਾ। ਤੇ ਇਸ ਕਰਕੇ ਉਹਦੇ ਕੋਲੇ ਕਈ ਜਾਣਿਆਂ ਕੋਲੇ ਜਾਣਾ ਹੁੰਦਾ ਵਾ, ਉਹ ਇਹਨਾਂ ਵਿਹਲਾ ਨਹੀਂ ਹੁੰਦਾ, ਪਰ ਉਹਦੇ ਕੋਲੇ ਸਮਾਂ ਬਹੁਤ ਘੱਟ ਹੁੰਦਾ ਵਾ। ਤੇ ਜਦੋਂ ਪਰਮੇਸ਼ਵਰ ਦਾ ਦਾਸ ਤੁਹਾਡੇ ਘਰੇ ਆਵੇ, ਉਦੋਂ ਆਪਣੇ ਸਾਰੇ ਕੰਮ ਛੱਡ ਕੇ ਇੱਕ ਤਰਫ ਰੱਖ ਕੇ ਪਹਿਲਾਂ ਉਹਦੀ ਸੁਣੋ ਤੇ ਪ੍ਰਾਰਥਨਾ ਕਰੇ ਤੇ ਉਹ ਦੂਸਰੇ ਘਰੇ ਜਾਵੇ। ਅਸੀਂ ਜ਼ਿਆਦਾਤਰ ਵੇਖਦੇ ਹਾਂ ਪਾਸਟਰ ਜਾਂਦਾ ਵਾ, ਉਹ ਇੱਕ ਘਰ ਦੇ ਵਿੱਚ 15-20 ਮਿੰਟ ਲਾਉਣਾ ਚਾਹੁੰਦਾ ਵਾ, ਪਰ ਉੱਥੇ ਲੱਗਦਾ ਘੰਟਾ 1.5 ਘੰਟਾ ਲੱਗ ਜਾਂਦਾ। ਕਾਰਨ ਕੀ ਆ? ਅਸੀਂ ਕਹਿੰਦੇ ਭਾਜੀ ਤੇ ਵਿਹਲਾ ਹੀ, ਇਹਨੂੰ ਕਿਹੜਾ ਕੋਈ ਕੰਮ ਹੈਗਾ, ਬਿਠਾ ਰਹਿੰਦੇ ਇਹਨੂੰ 10 ਮਿੰਟ ਤੇ ਅਸੀਂ ਕਰ ਲਈਏ ਕੰਮ। ਇੱਕ ਥਾਂ ਤੇ ਕਹਿੰਦੇ ਚੰਗਾ ਹੋਇਆ ਤੂੰ ਆ ਗਿਆ, ਬਹਿ ਇੱਥੇ, ਮੈਂ ਬਾਜ਼ਾਰੋਂ ਆਇਆ, ਮੈਂ ਤਾਂ ਸੋਚਣ ਨਹੀਂ ਹਾਂ ਜਵਾਕਾਂ ਕੋਲੇ ਕਿਹਨੂੰ ਛੱਡ ਕੇ ਜਾਵਾਂ, ਹਨਾ। ਤੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ। ਇਹ ਉਹਦੀ ਜਿਹੜੀ ਆ ਇੱਜ਼ਤ ਨਹੀਂ ਕਰਦੇ, ਅਸੀਂ ਇਨਸਲਟ ਕਰਦੇ, ਉਹਦੀ ਬੇਇੱਜ਼ਤੀ ਕਰਦੇ ਹਾਂ। ਜਿਹੜਾ ਪਰਮੇਸ਼ਵਰ ਦਾ ਦਾਸ ਆ, ਇਹਨੂੰ ਕੀ ਆ? ਇੱਜ਼ਤ ਕਰਨੀ ਚਾਹੀਦੀ ਇਹਦੀ। ਜਦੋਂ ਵੇਖੋ, ਮੇਰੀ ਗੱਲ ਸੁਣੋ, ਹਫਤੇ 'ਚ ਦਿਨ ਕਿੰਨੇ ਹੁੰਦੇ ਆ? ਮੇਰੀ ਗੱਲ ਸੁਣੋ, ਹਫਤੇ 'ਚ ਦਿਨ ਕਿੰਨੇ ਹੁੰਦੇ ਆ? 7 ਦਿਨ ਹੁੰਦੇ ਆ, ਹਨਾ। ਤੇ ਕਲੀਸਿਆ ਦੇ ਵਿੱਚ ਲੋਕ ਕਿੰਨੇ ਜਾਣੇ ਹੁੰਦੇ ਆ? ਬਹੁਤ ਹੁੰਦੇ ਆ। ਹੁਣ ਬਹੁਤ ਲੋਕਾਂ ਦੇ ਘਰ ਦੇ ਵਿੱਚ 7 ਦਿਨਾਂ ਦੇ ਵਿੱਚ ਜਾਣਾ ਹੁੰਦਾ ਵਾ। 7 ਦਿਨਾਂ ਦੇ ਵਿੱਚ ਹੀ ਜਿਹੜਾ ਵਾ ਇਹਨਾਂ ਦਾ ਤੁਹਾਨੂੰ ਅਗਲੇ ਹਫਤੇ ਦਾ ਵਚਨ ਵੀ ਤਿਆਰ ਕਰਨਾ ਹੁੰਦਾ ਵਾ। 7 ਦਿਨਾਂ ਦੇ ਵਿੱਚ ਇੱਕ ਦਿਨ ਇਹੋ ਜਿਹਾ ਵੀ ਹੁੰਦਾ ਵਾ ਜਿੱਦਣ ਫਾਸਟ ਰੱਖਣਾ ਹੁੰਦਾ ਵਾ। 7 ਦਿਨਾਂ ਦੇ ਵਿੱਚ ਹੀ ਇੱਕ ਇਹੋ ਜਿਹਾ ਦਿਨ ਹੁੰਦਾ ਵਾ ਜਦੋਂ ਸਪੈਸ਼ਲ ਪ੍ਰਾਰਥਨਾ ਕੋਈ ਰੱਖਦੇ, ਜਿਵੇਂ ਇੱਧਰ ਭਾਈ ਕਾਲੇ ਹੋਰੀ ਰੱਖਦੇ ਨੇ, ਹਰ ਹਫਤੇ ਇਹਨਾਂ ਦੇ ਘਰੇ ਪ੍ਰਾਰਥਨਾ ਹੁੰਦੀ ਆ। ਇਸ ਤਰ੍ਹਾਂ ਕੋਈ ਚਾਨ ਚੱਕ ਕੇ ਕਹਿ ਦਿੰਦਾ ਵੀ ਹੁਣੇ ਆਓ ਸਾਡੇ ਘਰੇ, ਉਹ ਵੀ ਦਿਨ ਹੁੰਦਾ ਵਾ। ਤੇ ਜੇ 7 ਦਿਨਾਂ ਦੇ ਵਿੱਚ ਇੱਕ ਪਾਦਰੀ ਇੰਨੇ ਲੋਕਾਂ ਦੇ ਕੋਲੇ ਜਾਣਾ ਮੁਸ਼ਕਿਲ ਹੋ ਜਾਂਦਾ। ਸਾਡਾ ਵੀ ਫਰਜ਼ ਬਣਦਾ ਵਾ ਕਿ ਅਸੀਂ ਜਾਈਏ, ਜਿੱਥੇ ਪਾਸਟਰ ਨਹੀਂ ਪਹੁੰਚਿਆ ਅਸੀਂ ਪਹੁੰਚ ਕੇ ਲੋਕਾਂ ਨੂੰ ਪੁੱਛਿਆ, ਭਾਈ ਕੀ ਗੱਲ ਐਤਕੀ ਤੁਸੀਂ ਚਰਚ ਨਹੀਂ ਆਏ, ਕੀ ਗੱਲ ਆ? ਸਾਡਾ ਵੀ ਫਰਜ਼ ਉਨਾ ਹੀ ਬਣਦਾ ਵਾ। ਹੁਣੇ ਮੈਂ ਦੱਸਿਆ ਸੀ ਕਿ ਜੇ ਅਸੀਂ ਪਰਮੇਸ਼ਵਰ ਸਾਨੂੰ ਚੰਗਿਆ ਕਰ ਦਿੰਦਾ ਵਾ ਤੇ ਅਸੀਂ ਉਹਦੀ ਕੀਮਤ ਨਹੀਂ ਅਦਾ ਕਰਦੇ। ਜੇ ਸਾਨੂੰ ਚੰਗਾ ਕਰ ਦਿੱਤਾ ਵਾ, ਜਿਹੜੇ ਲੋਕ ਚਰਚ ਦੇ ਵਿੱਚ ਨਹੀਂ ਆ ਰਹੇ ਉਹਨਾਂ ਨੂੰ ਜਾ ਕੇ ਦੱਸੋ ਵੀ ਭਾਈ ਕੀ ਗੱਲ, ਚਰਚ ਕਿਉਂ ਨਹੀਂ ਆ ਰਹੇ, ਕਾਰਨ ਕੀ ਆ? ਕੋਈ ਨਾਰਾਜ਼ਗੀ ਆ ਜਾਂ ਕੋਈ ਦਿੱਕਤ ਆ, ਜੋ ਕੋਈ ਪ੍ਰੋਬਲਮ ਆ ਤਾਂ ਤੁਹਾਡੇ ਕੋਲ ਜਿਹੜਾ ਤੁਸੀਂ ਆ ਨਹੀਂ ਪਾ ਰਹੇ। ਇਹ ਅਸੀਂ ਕੀਮਤ ਅਦਾ ਕਰਨੀ ਆ, ਉਹਨਾਂ ਲੋਕਾਂ ਨੂੰ ਜਾ ਕੇ ਪੁੱਛਣਾ ਵਾ। ਅਸੀਂ ਚੰਗੇ ਹੋ ਗਏ, ਅਜੇ ਤੱਕ ਕੀਮਤ ਦਿੱਤੀ ਨਹੀਂ। ਤੇ ਦੁਨੀਆਦਾਰੀ ਦੇ ਵਿੱਚ ਜਦੋਂ ਅਸੀਂ ਕਿਸੇ ਦੀ ਕੀਮਤ ਨਹੀਂ ਦਿੰਦੇ, ਉਸ ਬੰਦੇ ਨੂੰ ਵੇਖ ਕੇ ਅਸੀਂ ਰਸਤਾ ਹੀ ਬਦਲ ਲੈਂਦੇ ਹਾਂ। ਤੇ ਉਵੇਂ ਤੁਸੀਂ ਪਰਮੇਸ਼ਵਰ ਨਾਲ ਵੀ ਕਰਦੇ ਹੋ। ਜਦੋਂ ਤੁਹਾਨੂੰ ਵਚਨ ਸੁਣਾਇਆ ਜਾਂਦਾ ਵਾ ਕਿ ਜਾ ਕੇ ਲੋਕਾਂ ਨੂੰ ਗਵਾਹੀ ਦਿਓ, ਉਦੋਂ ਅਸੀਂ ਚਰਚਾਂ ਨੂੰ ਹਟ ਜਾਂਦੇ ਹਾਂ।
इस करके ਜਿਹੜੇ ਸਾਡੇ ਅਗੂਏ ਆ ਸਾਨੂੰ ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਆ। ਮੇਰਾ ਇਹ ਮਤਲਬ ਆ, ਇਹ ਮਤਲਬ ਨਹੀਂਗਾ ਕਿ ਤੁਸੀਂ ਚਰਚ ਵਿੱਚ ਨਾ ਆਓ ਜਾਂ ਤੁਸੀਂ ਜਿਹੜਾ ਸਾਡੇ ਘਰੇ ਨਾ ਆਓ ਪਰਮੇਸ਼ਵਰ ਦਾ ਵਚਨ ਲੈ ਕੇ। ਅਸੀਂ ਪੰਜਾਬ ਦੇ ਵਿੱਚ ਸੀ ਜਦੋਂ ਪਿਛਲੇ ਹਫਤੇ, ਤੇ ਮੈਂ ਤੇ ਭੂਆ ਮੇਰੀ ਜਦੋਂ ਅਸੀਂ ਚਰਚ ਦੇ ਵਿੱਚ ਅਸੀਂ ਪ੍ਰਾਰਥਨਾ ਕਰ ਰਹੇ ਸੀ ਤੇ ਸੌਣ ਲੱਗੇ ਤੇ ਤਕਰੀਬਨ ਰਾਤੀ 1:30 ਵਜੇ ਜਿਨ੍ਹਾਂ ਕਿਸੇ ਪਰਿਵਾਰ ਵਾਸਤੇ ਪ੍ਰਾਰਥਨਾ ਕੀਤੀ ਸੀ ਤੇ ਮੈਨੂੰ ਪਰਮੇਸ਼ਵਰ ਨੇ ਉਠਾਇਆ ਤਾਂ ਮੈਂ ਫਿਰ ਭੂਆ ਨੂੰ ਵੀ ਉਠਾਤਾ। ਮੈਂ ਭੂਆ ਉੱਠੋ, ਆਪਾਂ ਜਿਨ੍ਹਾਂ ਦੇ ਘਰ ਹੁਣ ਪ੍ਰਾਰਥਨਾ ਕਰਕੇ ਆਏ ਆ ਇਹਨਾਂ ਵਾਸਤੇ ਪ੍ਰਾਰਥਨਾ ਕਰਨੀ ਆ। ਉਦੋਂ ਹੀ ਅਸੀਂ ਉੱਠ ਕੇ ਉਹਨਾਂ ਵਾਸਤੇ ਪ੍ਰਾਰਥਨਾ ਕੀਤੀ ਕਿ ਤੁਹਾਨੂੰ ਜਦੋਂ ਜਾਗ ਆ ਜਾਂਦੀ ਹੈ ਉਦੋਂ ਪ੍ਰਾਰਥਨਾ ਕਰਦੇ ਜੇ, ਜਦੋਂ ਜਾਗ ਆ ਜਾਣੀ ਤਾਂ ਫੋਨ ਵੇਖ ਲੈਣਾ ਕਿਸੇ ਦਾ ਮੈਸੇਜ ਤਾਂ ਨਹੀਂ ਆਇਆ। ਜਦੋਂ ਹੀ ਸਾਨੂੰ ਜਾਗ ਆ ਜਾਣੀ ਉਹਦਾ ਨਾ ਨੀਂਦ ਨਹੀਂ ਆਉਂਦੀ, ਚੱਲ ਟੀਵੀ ਲਾ ਲਈਏ ਥੋੜ੍ਹਾ ਜਿਹਾ। ਜਦੋਂ ਜਾਗ ਆ ਜਾਏ ਤਾਂ ਪ੍ਰਾਰਥਨਾ ਵੀ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇਸ ਕਰਕੇ ਕਹਿੰਦਾ ਕਿ ਉਹਨਾਂ ਲੋਕਾਂ ਦੀ ਇੱਜ਼ਤ ਕਰੋ ਜਿਹੜੇ ਤੁਹਾਡੇ ਵਿੱਚ ਪਰਮੇਸ਼ਵਰ ਦਾ ਵਚਨ ਲੈ ਕੇ ਜਾਂਦੇ ਨੇ, ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਨੇ, ਜਿਹੜੇ ਤੁਹਾਡੇ ਵਾਸਤੇ ਫਾਸਟ ਰੱਖਦੇ ਨੇ, ਜਿਹੜੇ ਤੁਹਾਡੇ ਵਾਸਤੇ ਰਾਤਾਂ ਨੂੰ ਜਾਗਦੇ ਨੇ, ਜਿਹੜੇ ਤੁਹਾਡੇ ਲਈ ਭੱਜੇ ਫਿਰਦੇ ਨੇ, ਗਰਮੀ ਨਹੀਂ ਵਹਿੰਦੇ, ਸਰਦੀ ਨਹੀਂ ਵਹਿੰਦੇ, ਰਾਤ ਨਹੀਂ ਵਹਿੰਦੇ, ਦਿਨ ਨਹੀਂ ਵਹਿੰਦੇ। ਉਹਨਾਂ ਲੋਕਾਂ ਵਾਸਤੇ ਇੱਜ਼ਤ ਹੋਣੀ ਚਾਹੀਦੀ ਹੈ ਤੁਹਾਡੇ ਦਿਲ ਦੇ ਵਿੱਚ, ਤੁਹਾਡੇ ਮਨ ਦੇ ਵਿੱਚ ਇੱਜ਼ਤ ਹੋਣੀ ਚਾਹੀਦੀ ਆ। ਪਰ ਅਸੀਂ ਕੀ ਆ, ਅਸੀਂ ਉਹਨਾਂ ਨੂੰ ਆਪਣਾ ਕੰਮ ਸੌਂਪ ਕੇ ਤੇ ਆਪ ਘਰੋਂ ਹੀ ਬਾਹਰ ਤੁਰ ਜਾਂਦੇ ਹਾਂ। ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਉਹ ਗੱਲ ਅਲੱਗ ਆ ਵੀ ਤੁਸੀਂ ਬਾਜ਼ਾਰ ਗਏ ਹੋ, ਉੱਧਰੋਂ ਪਰਮੇਸ਼ਵਰ ਦਾ ਦਾਸ ਜਿਹੜਾ ਤੁਹਾਡੇ ਘਰੇ ਆ ਗਿਆ ਵਾ ਤੇ 10 ਮਿੰਟ ਲੱਗਦੇ ਤੇ ਉਹ ਜਾਇਜ਼ ਆ, ਉਹ ਡੀਕ ਸਕਦਾ ਵਾ। ਜੇ ਨਹੀਂ ਲਾਗੇ ਬੰਨੇ ਘਰ ਹੈਗਾ ਤਾਂ ਉੱਥੇ ਬੈਠ ਸਕਦਾ ਵਾ, ਕਿਉਂਕਿ ਉਹਨੂੰ ਦੁਬਾਰੀ ਆਉਣਾ ਮੁਸ਼ਕਿਲ ਹੋ ਜਾਂਦਾ ਵਾ। ਤੇ ਜਦੋਂ ਆ ਹੀ ਗਿਆ ਵਾ ਤੇ ਨਾ ਚੰਗਾ ਹੋਇਆ ਮੈਂ ਡੀਕਣ ਨਹੀਂ ਦਿਆ, ਮੈਨੂੰ ਕੋਈ ਲੱਭਣ ਨਹੀਂ ਸੀ ਦਿਆ ਵੀ ਜਵਾਕਾਂ ਕੋਲ ਕਿਹਨੂੰ ਛੱਡ ਕੇ ਜਾਵਾਂ। ਇਸ ਕਰਕੇ ਇਹੋ ਜਿਹਾ ਕੰਮ ਕਦੇ ਨਹੀਂ ਹੋਣਾ ਚਾਹੀਦਾ। ਪਹਿਲਾ ਤਿਮੋਥੀਉਸ 5 ਅਧਿਆਏ ਉਹਦਾ 17 ਤੇ 18 ਵਚਨ ਪੜ੍ਹ ਦਿਓ, ਮਾਈਕ ਦੇ ਵਿੱਚ ਪੜ੍ਹਨਾ। ਹਾਂਜੀ 5 ਅਧਿਆਏ ਉਹਦਾ 17 ਔਰ 18 ਵਚਨ। ਹੋਰ ਸਾਡੇ ਮਨ 'ਚ ਕੀ ਹੋਣਾ ਚਾਹੀਦਾ ਵਾ ਪਰਮੇਸ਼ਵਰ ਦੇ ਪ੍ਰਤੀ, ਉਹਦੇ ਦਾਸਾਂ ਦੇ ਪ੍ਰਤੀ, ਕਿਉਂਕਿ ਅਸੀਂ ਜੋ ਵੀ ਗੱਲ ਕਰਦੇ ਹਾਂ ਪਰਮੇਸ਼ਵਰ ਦੇ ਦਾਸ ਨੂੰ ਕਹਿੰਦੇ ਆ, ਉਹ ਉਹਨੂੰ ਨਹੀਂ ਕਹਿੰਦੇ ਬਲਕਿ ਪਰਮੇਸ਼ਵਰ ਨੂੰ ਕਹਿੰਦੇ ਆ। ਪਰਮੇਸ਼ਵਰ ਦੇ ਦਾਸ ਦੇ ਵਿੱਚੋਂ ਉਹਦੀ ਪ੍ਰਾਰਥਨਾਵਾਂ ਕੱਢ ਦਿਓ, ਉਹਦੀ ਮਿਹਨਤ ਕੱਢ ਦਿਓ, ਪਰਮੇਸ਼ਵਰ ਦਾ ਵਚਨ ਕੱਢ ਦਿਓ, ਪਿੱਛੇ ਕੀ ਬਚ ਜਾਂਦਾ ਵਾ? ਇੱਕ ਆਮ ਆਦਮੀ ਹੋ ਸਕਦਾ ਤੁਹਾਡੇ ਤੋਂ ਵੀ ਬੁਰਾ ਹੋਵੇ। ਠੀਕ ਆ, ਇਸ ਕਰਕੇ ਜਿਹੜਾ ਅਸੀਂ ਆਪਣੇ ਆਪ ਨੂੰ ਇਹੋ ਜਿਹਾ ਬਣਾਉਣਾ ਵਾ ਕਿ ਪਰਮੇਸ਼ਵਰ ਸਾਨੂੰ ਗ੍ਰਹਿਣ ਕਰੇ। ਤੇ ਉਹ ਕਿਸ ਤਰੀਕੇ ਦੇ ਨਾਲ ਬਣਾ ਸਕਦੇ ਆ? ਅਸੀਂ ਉਸ ਆਦਮੀ ਦੀ ਇੱਜ਼ਤ ਨਹੀਂ ਕਰਦੇ, ਉਸ ਆਦਮੀ ਦੀ ਮਿਹਨਤ ਦੀ ਇੱਜ਼ਤ ਕਰਦੇ ਆ, ਉਸ ਆਦਮੀ ਦੀ ਸਾਮਰਥ ਜਿਹੜਾ ਪਰਮੇਸ਼ਵਰ ਨੇ ਦਿੱਤਾ ਵਾ ਉਸ ਚੀਜ਼ ਦੀ ਇੱਜ਼ਤ ਕਰਦੇ ਆ। ਠੀਕ ਆ, ਇਸ ਕਰਕੇ ਸਾਨੂੰ ਜਿਹੜਾ ਵਾ ਇਸ ਚੀਜ਼ ਦਾ ਬੜਾ ਧਿਆਨ ਦੇ ਨਾਲ, ਬੜਾ ਚੌਕਸ ਰਹਿ ਕੇ ਸਾਨੂੰ ਇਸ ਚੀਜ਼ ਦਾ ਸੋਚਣਾ ਪੈਂਦਾ ਵਾ। ਹਾਂਜੀ, जो प्राचीन अच्छा प्रबंध करते हैं, ਜਿਹੜੇ ਪ੍ਰਾਚੀਨ ਚੰਗਾ ਇੰਤਜ਼ਾਮ ਕਰਦੇ ਨੇ, विशेष करके वे जो वचन सुनाने और सिखाने में परिश्रम करते हैं, ਖਾਸ ਕਰਕੇ ਉਹ ਜਿਹੜੇ ਵਚਨ ਸੁਣਾਉਣ ਦੇ ਵਿੱਚ ਤੇ ਵਚਨ ਸਿਖਾਉਣ ਦੇ ਵਾਸਤੇ ਤੁਹਾਡੇ ਵਿੱਚ ਮਿਹਨਤ ਕਰਦੇ ਨੇ। 2 गुणे आदर के योग्य समझे जाए, 2 ਗੁਣਾ ਆਦਰ ਦੇ ਯੋਗ ਸਮਝੇ ਜਾਣੇ ਚਾਹੀਦੇ ਆ। क्योंकि पवित्र शास्त्र कहता है, ਹਾਂਜੀ, दावने वाले बैल का मुंह ने बांधना। ਕਿਉਂਕਿ ਪਰਮੇਸ਼ਵਰ ਦਾ ਵਚਨ ਦੱਸਦਾ ਵਾ ਕਿ ਜਿਹੜਾ ਬੈਲ ਅਸੀਂ ਜਿਉਂਦੇ ਆ ਅੱਗੇ ਤੇ ਉਹਦਾ ਮੂੰਹ ਨਾ ਬੰਨੋ, ਕਿਉਂਕਿ ਜਿਹੜਾ ਉਹ ਕੰਮ ਕਰਦਾ ਵਾ ਉਹ ਖਾਏਗਾ ਵੀ। ਪੜੋ ਅੱਗੇ। क्योंकि मजदूर अपनी मजदूरी का हकदार है, ਮਜ਼ਦੂਰ ਜਿਹੜਾ ਵਾ ਉਹ ਆਪਦੀ ਮਜ਼ਦੂਰੀ ਦਾ ਹੱਕਦਾਰ ਆ, ਕਿ ਉਹਨੂੰ ਹੱਕ ਨਹੀਂਗਾ ਪਰਮੇਸ਼ਵਰ ਦੇ ਦਾਸ ਨੂੰ ਜੇ ਕਦੇ ਆਪਣੇ ਇਸਤੇਮਾਲ ਲਈ ਕੋਈ ਵਰਤ ਲੈਂਦਾ ਵਾ ਤੇ ਉਹਨੂੰ ਝਿੜਕੋ ਨਾ, ਉਹਨੂੰ ਕਹੋ ਨਾ, ਕਿਉਂਕਿ ਜਿਹੜਾ ਮੰਦਰ ਦੇ ਵਿੱਚ ਕੰਮ ਕਰਦਾ ਵਾ ਉਹਨੇ ਮੰਦਰ 'ਚੋਂ ਹੀ ਖਾਣਾ ਵਾ। ਜਿਹੜਾ ਮਿਹਨਤ ਕਰਦਾ ਵਾ, ਜਿਹੜਾ ਉਹ ਮਜ਼ਦੂਰ ਆ, ਉਹ ਆਪਣੀ ਮਜ਼ਦੂਰੀ ਦਾ ਹੱਕਦਾਰ ਆ, ਉਹ ਖਾ ਸਕਦਾ ਵਾ ਇਸ ਚੀਜ਼ ਦੇ ਵਿੱਚੋਂ। ਪਰ ਜਿਹੜਾ ਤੁਹਾਨੂੰ ਦੱਸੇ ਉਹ ਜਾਇਜ਼ ਹੋਣਾ ਚਾਹੀਦਾ, ਉਹਦੇ ਫਾਇਦੇ ਵਾਸਤੇ ਨਹੀਂ ਹੋਣਾ ਚਾਹੀਦਾ। ਹੁਣ ਮੈਂ ਗੱਲ ਕਰਦਾ ਵਾਂ, ਐਂਪਲੀਫਾਇਰ ਪਿਛਲੇ ਹਫਤੇ ਬੰਦ ਹੋ ਗਿਆ ਸੀ, ਪਿਛਲੇ ਸਬਤ। ਠੀਕ ਆ, ਅੱਧ 'ਚ ਹੀ ਬੰਦ ਹੋ ਗਿਆ ਸੀ। ਜਿਹੜੇ ਪਿਛਲੀ ਵਾਰੀ ਆਏ ਸੀ ਉਹਨਾਂ ਨੂੰ ਪਤਾ ਵਾ। ਤੇ ਫਿਰ ਅਸੀਂ ਛੋਟਾ ਸਪੀਕਰ ਲਾ ਕੇ ਤੇ ਇੱਕ ਵਾਰੀ ਪ੍ਰੋਗਰਾਮ ਜਿਹੜਾ ਵਾ ਉਹ ਚਾਲੂ ਰੱਖਿਆ ਸੀ। ਹੁਣ ਇਹਦੇ ਤੇ 1500 ਰੁਪਇਆ ਲੱਗਾ ਵਾ।
ਉਦੋਂ ਤੇ ਕੋਈ ਨਹੀਂ ਪੁੱਛਦਾ ਕਿ ਮੈਂ ਦੇਵਾਂ। ਜਦੋਂ ਕਿਤੇ ਪਾਸਟਰ ਜਿਹੜਾ ਵਾ ਸਾਡਾ ਕੋਈ 1 ਰੁਪਿਆ ਵੀ ਖਾ ਜੇ ਤੇ ਸਾਨੂੰ ਕੀ ਆ 2-2 ਸਾਲ ਨੀਂਦ ਨਹੀਂ ਆਉਂਦੀ। ਇਸ ਤਰ੍ਹਾਂ ਹੀ ਹੈ ਨਾ। ਤੇ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਉਹਦੀ ਇੱਜ਼ਤ ਕਰਨੀ ਸਿੱਖੋ। ਜੇ ਉਹ ਮਤਲਬ ਥੋੜ੍ਹਾ ਬਹੁਤਾ ਖਾ ਵੀ ਜਾਂਦਾ ਵਾ ਤੇ ਉਦੋਂ ਦੂਣਾ ਜਿਹੜਾ ਵਾ ਲਾ ਵੀ ਦਿੰਦਾ ਵਾ। ਇਸ ਕਰਕੇ ਮੈਂ ਇੱਕ ਕਹਾਣੀ ਦੱਸਦਾ ਵਾਂ। ਇੱਕ ਆਦਮੀ ਸੀ, ਪਰਮੇਸ਼ਵਰ ਦਾ ਬੜਾ ਡਰ ਰੱਖਦਾ ਸੀ। ਜਦੋਂ ਉਹ ਪਰਮੇਸ਼ਵਰ ਦਾ ਡਰ ਰੱਖਦਾ ਸੀ ਤੇ ਜਦੋਂ ਉਹਦੇ ਆਫਿਸ ਦੇ ਵਿੱਚ ਕੋਈ ਆਉਂਦਾ ਸੀ ਨਾ ਤੇ ਉਹਨੂੰ ਬੜੇ ਇੱਜ਼ਤ ਮਾਨ ਦੇ ਨਾਲ ਬਿਠਾਉਂਦਾ ਸੀ। ਪਰ ਜਦੋਂ ਪਤਾ ਲੱਗਦਾ ਸੀ ਕਿ ਪਰਮੇਸ਼ਵਰ ਦਾ ਦਾਸ ਆਇਆ ਵਾ, ਸਾਡੇ ਚਰਚ ਦਾ ਪਾਦਰੀ ਆਇਆ ਵਾ, ਤੇ ਉਹਨੂੰ ਕਹਿੰਦਾ ਹੈ ਭਾਈ ਸਾਹਿਬ ਇੱਕ ਵਾਰੀ ਉੱਠ ਕੇ ਬਾਹਰ ਜਾਓ ਕਿਉਂਕਿ ਸਾਡੇ ਪਾਸਟਰ ਜੀ ਆਏ ਨੇ। ਭਾਵੇਂ ਕਿੰਨਾ ਹੀ ਤਗੜਾ ਕਿਉਂ ਨਹੀਂ ਆਦਮੀ ਹੁੰਦਾ ਸੀ, ਪਰ ਕਹਿੰਦਾ ਸੀ ਇੱਕ ਵਾਰੀ ਬਾਹਰ ਚੱਲ, ਸਾਡਾ ਪਾਦਰੀ ਆਇਆ ਵਾ, ਉਹਦੇ ਨਾਲ ਮੈਂ ਗੱਲਬਾਤ ਕਰਨੀ ਆ। ਤੇ ਫੋਨ ਕਰ ਦਿੰਦਾ ਸੀ ਬਾਹਰ ਆਪਣੇ ਐਸਿਸਟੈਂਟ ਨੂੰ ਵੀ ਕੀ ਕਰਨਾ ਵਾ, ਜਿੰਨਾ ਚਿਰ ਪਾਸਟਰ ਜੀ ਅੰਦਰ ਰਹਿੰਦੇ ਨੇ, ਜਿੰਨਾ ਚਿਰ ਪਾਦਰੀ ਸਾਹਿਬ ਮੇਰੇ ਕੋਲ ਅੰਦਰ ਆ, ਕਿਸੇ ਨੂੰ ਅਪਾਇੰਟ ਨਹੀਂ ਕਰਨਾ, ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਦੇਣੀ। ਇਸ ਕਰਕੇ ਉਹ ਬੜਾ ਇੱਜ਼ਤ ਕਰਦਾ ਸੀ ਤੇ ਬਦਲੇ 'ਚ ਪਰਮੇਸ਼ਵਰ ਨੇ ਉਹਨੂੰ ਆਸ਼ੀਸ਼ ਵੀ ਬੜੀ ਦਿੱਤੀ ਸੀ। ਤੇ ਜਦੋਂ ਅਸੀਂ ਪਰਮੇਸ਼ਵਰ ਦੇ ਦਾਸ ਦੀ ਇੱਜ਼ਤ ਨਹੀਂ ਕਰਦੇ, ਕਹਿ ਦਿੰਦੇ ਵੀ ਕੋਈ ਗੱਲ ਨਹੀਂ, ਉਹਨੇ ਕੀ ਦਵਾਈ ਕਰਨੀ ਆ, 10 ਮਿੰਟ ਬਾਅਦ ਕਰ ਦੇਗਾ, ਇਸ ਤਰ੍ਹਾਂ ਕਈ ਵਾਰੀ ਅਸੀਂ ਸੋਚ ਲੈਂਦੇ ਹਾਂ। ਤੇ ਫਿਰ ਕੀ ਹੈ, ਜਦੋਂ ਉਹਨੂੰ ਅਸੀਂ ਬਿਠਾ ਦਿੰਦੇ ਹਾਂ ਵਿਹਲਾ ਸਮਝ ਕੇ, ਤੇ ਉਦੋਂ ਪਰਮੇਸ਼ਵਰ ਸਾਨੂੰ ਆਸ਼ੀਸ਼ ਵੀ ਨਹੀਂ ਦਿੰਦਾ। ਉਦੋਂ ਸਾਡੇ ਤੇ ਪਰਮੇਸ਼ਵਰ ਦੀ ਜਿਹੜੀ ਪਰਮੇਸ਼ਵਰ ਦੇ ਵੱਲੋਂ ਸਾਡੇ 'ਤੇ ਦੁੱਖ ਹੁੰਦਾ। ਕਿਉਂਕਿ ਵਚਨ ਦੇ ਵਿੱਚ ਦੱਸਿਆ ਜਾਂਦਾ ਵਾ ਜਿਹੜਾ ਤੁਹਾਡੇ 'ਤੇ ਦੁੱਖ ਹੁੰਦਾ ਵਾ, ਇਹਨੂੰ ਤਾੜਨਾ ਸਮਝ ਕੇ ਸਹਿ ਲਾ, ਇਹਨੂੰ ਝਿੜਕ ਸਮਝ ਕੇ ਸਹਿ ਲਾ, ਪਰਮੇਸ਼ਵਰ ਦੇ ਵਚਨ ਨੂੰ। ਤੇ ਇਸ ਕਰਕੇ ਸਾਨੂੰ ਤੁਰੰਤ ਹੀ ਆਪਣੇ ਜਿਹੜੇ ਇਹੋ ਜਿਹੇ ਕੰਮ ਕਰਦੇ ਆ, ਸਾਨੂੰ ਉਹ ਛੱਡ ਦੇਣੇ ਚਾਹੀਦੇ ਆ। ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਕੀ ਆ ਪਰਮੇਸ਼ਵਰ ਦੇ ਖਿਲਾਫ ਹੋਵੇ, ਪਰਮੇਸ਼ਵਰ ਦੇ ਦਾਸ ਦੇ ਖਿਲਾਫ ਹੋਵੇ, ਜਾਂ ਪਰਮੇਸ਼ਵਰ ਦੇ ਜਿਹੜਾ ਐਲਡਰ ਹੈ ਚਰਚ ਦੇ ਵਿੱਚ, ਉਹਦੇ ਖਿਲਾਫ ਕੋਈ ਵੀ ਇਹੋ ਜਿਹਾ ਗੱਲ ਨਹੀਂ ਕਰਨੀ ਚਾਹੀਦੀ। ਹੋ ਸਕਦਾ ਮੰਨ ਲਓ ਸਹੀ ਵੀ ਆ, ਤੁਹਾਡੇ ਮੁਤਾਬਿਕ ਤੁਸੀਂ ਸਹੀ ਵੀ ਹੋ, ਉਹਨੂੰ ਕਹਿੰਦੇ ਹੋ, ਪਰ ਉਹਨੂੰ ਪਰਮੇਸ਼ਵਰ ਨਿਆਂ ਦੇਗਾ। ਪਰ ਜਿਹੜਾ ਵਾ ਪਰਮੇਸ਼ਵਰ ਦੇ ਬਚਨ ਦੇ ਮੁਤਾਬਿਕ ਸਾਡਾ ਜਿਹੜਾ ਫਰਜ਼ ਬਣਦਾ ਵਾ। ਆਂਟੀ ਸੁੱਖੋ ਮੇਰੇ ਨਾਲ ਕਈ ਵਾਰੀ ਗੱਲ ਕਰਦੀ ਹੁੰਦੀ ਹੈ ਵੀ ਉਹ ਪਾਸਟਰ ਇਸ ਤਰ੍ਹਾਂ ਕਰਦਾ, ਨਾਮ ਨਹੀਂ ਲਵਾਂਗਾ ਮੈਂ, ਉਹ ਇਸ ਤਰ੍ਹਾਂ ਕਰਦਾ ਵਾ, ਉਹ ਇਸ ਤਰ੍ਹਾਂ ਕਰਦਾ ਵਾ। ਤੇ ਆਂਟੀ ਜੀ ਮੇਰਾ ਕੀ ਜਵਾਬ ਹੁੰਦਾ ਸੀ? ਮੇਰਾ ਇਹੋ ਜਵਾਬ ਹੁੰਦਾ ਸੀ ਨਾ, ਪਰਮੇਸ਼ਵਰ ਨੇ ਮੈਨੂੰ ਜਿਹੜੇ ਕੰਮ ਲਈ ਚੁਣਿਆ ਮੈਂ ਤੇ ਉਹੀ ਕੰਮ ਕਰ ਸਕਦਾ ਵਾਂ। ਪਰਮੇਸ਼ਵਰ ਨੇ ਮੈਨੂੰ ਪ੍ਰਾਰਥਨਾ ਕਰਨ ਲਈ ਚੁਣਿਆ ਵਾ, ਮੈਂ ਪ੍ਰਾਰਥਨਾ ਕਰ ਸਕਦਾ। ਪਰਮੇਸ਼ਵਰ ਨੇ ਮੈਨੂੰ ਪ੍ਰਚਾਰ ਕਰਨ ਲਈ ਸੁਣਿਆ, ਮੈਂ ਪ੍ਰਚਾਰ ਕਰ ਸਕਦਾ ਵਾਂ। ਪਰਮੇਸ਼ਵਰ ਨੇ ਮੈਨੂੰ ਜਿਸ ਕੰਮ ਲਈ ਚੁਣਿਆ ਵਾ, ਮੇਰੀ ਜ਼ੁਬਾਨ 'ਚੋਂ ਪਰਮੇਸ਼ਵਰ ਦੀ ਤਾਰੀਫ ਦਾ ਕੋਈ ਕੰਮ ਹੈ ਤੇ ਉਹ ਦੱਸੋ। ਮੇਰਾ ਕੰਮ ਨਿਆਂ ਕਰਨਾ ਨਹੀਂਗਾ। ਨਿਆਂ ਕਰਨ ਦਾ ਕਿਹਦਾ ਕੰਮ ਆ? ਪਰਮੇਸ਼ਵਰ ਦਾ। ਇਹੋ ਗੱਲ ਕੀਤੀ ਸੀ ਆਂਟੀ ਜੀ। ਮੇਰਾ ਕੰਮ ਕੀ ਆ? ਸਿਰਫ ਦੁਆ ਕਰਨਾ। ਮੇਰਾ ਕੰਮ ਕੀ ਆ? ਵਚਨ ਸੁਣਾਉਣਾ। ਮੇਰਾ ਕੰਮ ਕੀ ਆ? ਤੁਹਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਿਆ ਦੇਣਾ। ਤੇ ਨਿਆਂ ਕਰਨਾ ਕਿਹਦਾ ਕੰਮ ਆ? ਪਰਮੇਸ਼ਵਰ ਦਾ ਕੰਮ ਆ। ਜੇ ਸਾਡਾ ਕੋਈ ਭਰਾ ਬੰਧੂ ਕੋਈ ਇਹੋ ਜਿਹਾ ਕੰਮ ਕਰਦਾ ਵਾ ਤੇ ਅਸੀਂ ਉਹਦਾ ਨਿਆਂ ਨਹੀਂ ਕਰਨਾ। ਅਸੀਂ ਉਹਨੂੰ ਸਮਝਾ ਸਕਦੇ ਹਾਂ ਪਰ ਉਹਦਾ ਨਿਆਂ ਨਹੀਂ ਕਰ ਸਕਦੇ, ਉਹਦਾ ਰਿਜ਼ਲਟ ਅਸੀਂ ਨਹੀਂ ਕੱਢ ਸਕਦੇ। ਇਸ ਕਰਕੇ ਫਿਲੀਪੀਆਂ ਦੀ ਕਿਤਾਬ 2 ਅਧਿਆਏ ਉਹਦਾ 14 ਤੋਂ 16 ਵਚਨ। ਤੇ ਸਾਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਕਿਸ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਆ। ਬਹੁਤ ਸਾਰੇ ਲੋਕ ਕੰਮ ਕਰਦੇ ਆ। ਫਿਲੀਪੀਆਂ 2 ਅਧਿਆਏ ਉਹਦਾ 14 ਤੇ 16 वचन पढ़ दो। सब काम बिना कुड़कुड़ाए और बिना विवाद के किया करो। बिना कुड़कुड़ाए, बिना विवाद दे, बिना रौला रप्पा पाए, है ना, ते बिना बुड़ कीतिया, बिना जड़ा वा कुड़ कीतिया परमेश्वर दे जिन्ने भी काम आ वो करो। इहदे विच तुहाडे विच बहस नहीं होनी चाहिए परमेश्वर का काम करन लग्या किसी गल दी। हाँ जी, ताकि तुम निर्दोष और भोले होकर टेढ़े और ढीले लोगों के बीच परमेश्वर के निष्कलंक संतान बने रहो। ताकि तुसी निर्दोष ते भोले लोग हुंदे होए, ਜਿਹੜੇ लोग परमेश्वर का डर नहीं रखते, उन्हां दे विच तुसी आ निष्कलंक बिना दाग दे पाक ते पवित्र होके चली जाओ। तो जो तुसी भी अपने अगुआं दे उत्ते दाग जड़ा चिक्कड़ उछालन लग जाते जे, उन्हां ते दोष लाउण लग जाते जे, तो तुसी भी दोषी बन जाते जे। क्योंकि परमेश्वर का वचन दसदा भी दोष ना लाओ कि तुहाडे उत्ते भी दोष ना लाया जाए।
है ना। अगे पढ़ो। जिनके बीच में तुम जीवन का वचन लिए हुए जगत में जलते दीपकों के समान दिखाई देते हो। जिन्हां लोकां दे विच तुसी परमेश्वर दी सच्चाई लैके परमेश्वर दा वचन लैके तुसी एवें लगदे हो भी जिवें हनेरे दे विच दीवे जिहड़े आ ओह बलदे आ। तुहानूं लोकी साफ दसदे जिहड़े धर्मी लोक हुंदा ना दूर दूर तक चर्चा हुंदी है ना, वो बड़ा भला मानस लोग है, बड़ा रब का बंदा वा, बड़ा परमेश्वर का डर रखने वाला लोग है ना। तो जो असी इस तरीके दे नाल परमेश्वर के वचन दे विच चलते हाँ, जो किसी ते दोष नहीं लाते, अपने पास्टर के आग्याकार रहने हाँ, तो उदों सानू परमेश्वर रोशनी की तरह सानू चमकाउंदा वा। हाँ जी, कि मसीह के दिन मुझे घमंड करने का कारण हो कि न मेरा दौड़ना और न मेरा परिश्रम करना व्यर्थ हुआ। तो जो तुसी इस तरीके दे नाल करोगे, अपनी गवाही जिहड़ी आ लोकां दे विच दोगे, परमेश्वर दी आग्यावां दे मुताबिक चलोगे, हर सबत उहदे जिहड़े आराधनालय दे विच जाओगे, उस दिन मैनूं की आ एक घमंड करन दा मौका मिलेगा, मैनूं इस चीज़ का मान करन दा मौका मिलेगा। क्योंकि जिदन प्रभु यीशु मसीह दा आना होएगा, उस दिन मैं सीना ठोक के छाती चौड़ी करके खलो सकदा वां कि इन्हां लोकां नूं प्रभु मैं वचन सुनाया वां। तो मेरे मन दे विच इह गल होनी चाहिए आ, मेरा भजना, मेरा दौड़ना, मेरा वचन की तैयारी करना, मेरा तुहानूं वचन सिखाउणा, मेरी रोजे रखना, मेरा मेहनत करना, मेरियां दुआवां करनियां वो व्यर्थ नहीं गईयां। इस करके सानू जड़ा वा उस लोग उन्हां लोगों की इज्जत करनी चाहिए आ जड़े परमेश्वर का वचन लैके साडे कोल आउंदे आ। उस दिन सानू मान होना चाहिए इस गल का। तुसी भी कर सकते हो, तुसी भी जिन्हों भी परमेश्वर का वचन सुनाना चाहते हो, पहला उन्होंने वास्ते जाके प्रार्थनावां करो, पहला अपने घर च प्रार्थनावां करो, अपने पादरी साहब नूं कहो भाजी मैं इस बंदे वास्ते प्रार्थना करवाउणा वा, इहदे लई प्रार्थना करो कि परमेश्वर इहनूं चुने ते इह चर्च दे विच आवे, इह परमेश्वर दे आराधनालय दे विच आवे ते इह भी परमेश्वर को बरकतां लवे। चाहिदा ना सानूं करना। ते असीं की कहने आ, ਇਹ ਗਰਾਈਆਂ ਇਕੱਠੀਆਂ ਕਰਨੀਆਂ ਕਿਹਦਾ ਕੰਮ ਆ? ਪਾਸਟਰ ਦਾ। ਵਚਨ ਸੁਣਾਉਣਾ ਕਿਹਦਾ ਕੰਮ ਆ? ਪਾਸਟਰ ਦਾ। ਹਾਰਮੋਨੀਅਮ ਵਜਾਉਣਾ ਕਿਹਦਾ ਕੰਮ ਆ? ਪਾਸਟਰ ਦਾ। ਕਾਂਗੋ ਵਜਾਉਣਾ ਕਿਹਦਾ ਕੰਮ ਆ? ਪਾਸਟਰ ਦਾ। ਦੁਆ ਕਰਨਾ ਕਿਹਦਾ ਕੰਮ ਆ? ਪਾਸਟਰ ਦਾ। ਜਿਹੜਾ ਲੋਕਾਂ ਤੇ ਵਿਜ਼ਿਟ ਕਰਨਾ ਕਿਹਦਾ ਕੰਮ ਆ? ਪਾਸਟਰ ਦਾ। ਬਾਜ਼ਾਰ ਦੇ ਕੰਮ ਕਰਨਾ ਕਿਹਦਾ ਕੰਮ ਆ? ਪਾਸਟਰ ਦਾ। जे बाजारों सब्जी वगैरह लियाउणी आ किहदा काम आ? पास्टर दा। हलवाई लभना किहदा काम आ? पास्टर दा। ते साडा की काम है? कलीसिया दा की काम है? सारे काम तो फिर वो इकल्ला ही करी जांदा वा। असीं फिर इहो जिहा परमेश्वर दा वचन दसदा है, परमेश्वर दे घर दे काम कंधे नाल कंधा मिला के करो। असीं किहड़ा काम कर लईए जे सारे काम आउंदे ते असीं की करिए? कंधे नाल कंधा मिला के घरे बैठे रहिए ढीठ हो के भी ना ते आप जाना ते ना दूजे नूं जाण देना। जे सारे काम ही परमेश्वर के दसदे आ ते ਜਦੋਂ ਅਸੀਂ ਉਹਦੇ ਕੰਮਾਂ ਦੇ ਵਿੱਚ ਉਹਦੀ ਮਦਦ ਕਰਦੇ ਹਾਂ ਤੇ ਅਸੀਂ परमेश्वर के काम ਨੂੰ ਅੱਗੇ ਲੈ ਕੇ ਜਾਣ ਦੇ ਵਾਸਤੇ परमेश्वर की मदद करते हैं। परमेश्वर के वचन सुनाउण दे वास्ते ਅਸੀਂ ਉਹਦੀ मदद करते हैं। इब्रानियों की किताब 5 अध्याय ਉਹਦਾ 4 वचन। तो कई बार यही सोचते हैं लै इनू पता पुता है नहीं आ, इनू की पता है ना, साढ़े घर के हालात इनू की पता वा। असी बड़ी बारी सोच लेने भी, पर एक गल याद रखियो, जड़ा पास्टर हुंदा वा वो एक तुहाडे परिवार का मैंबर हुंदा वा। उन्होंने असी अपनी हर दुख की गल दसदे हां, हर सुख की गल दसदे हां, हर पर्दे वाली गल असी पास्टर नूं दसदे हां। दसदे कि नहीं दसदे? तो इस करके वो साडे घर का मैंबर हुंदा वा ते उन्होंने साडे घर के हालातों का पता हुंदा वा। इस करके जो असी चैन नाल सुते हुंदे आ तो साडे वास्ते पादरी प्रार्थना करन दिया हुंदा वा, रातां नूं जग जग के सानू नहीं पता हुंदा। तो इस करके सानू जड़ा वा परमेश्वर दे दास की इज्जत करनी चाहिए। कहंदा जिहड़ा तुहाडे वास्ते रातां रातां नूं जागदे रहिंदे आ, जिहड़े एवें जागदे रहिंदे आ जिवें लेखा इसे नूं देना पेगा। पढ़ो। यह आदर का पद कोई अपने आप से नहीं लेता। ये आदर का जिहड़ा अहुदा हुंदा वा, ये कोई अपने आप नहीं उठ के खड़ जांदा। जब तक कि हारून के समान परमेश्वर की ओर से
ठहराया न जाए। ਜਿੰਨਾ ਚਿਰ ਇਹ ਪਰਮੇਸ਼ਵਰ ਦੀ ਵੱਲੋਂ ਨਾ ਠਹਿਰਾਇਆ ਜਾਵੇ, ਜਿਵੇਂ ਮੂਸਾ ਦੇ ਭਰਾ ਜਿਹੜੇ ਹਾਰੂਨ ਨੂੰ ਪਰਮੇਸ਼ਵਰ ਨੇ ਚੁਣਿਆ ਸੀ। ਕੋਈ ਆਪਣੇ ਆਪ ਪਾਸਟਰ ਨਹੀਂ ਬਣ ਜਾਂਦਾ। ਇਹ ਉਹਨਾਂ ਚਿਰ ਜਿਹੜਾ ਵਾ ਨਹੀਂ ਆਪਣੇ ਆਪ ਪਾਦਰੀ ਬਣ ਸਕਦਾ ਜਿੰਨਾ ਚਿਰ ਪਰਮੇਸ਼ਵਰ ਨਾ ਠਹਿਰਾਵੇ, ਜਿਵੇਂ ਹਾਰੂਨ ਨੂੰ ਠਹਿਰਾਇਆ ਸੀ ਪਰਮੇਸ਼ਵਰ ਨੇ। ਤੁਸੀਂ ਕਿਉਂ ਨਹੀਂ ਆਪਣੇ ਆਪ ਉੱਠ ਕੇ ਪਾਦਰੀ ਬਣ ਗਏ? ਇੱਧਰ ਭਾਈ ਬੈਠੇ ਕਿਉਂ ਨਹੀਂ ਆਪਣੇ ਆਪ ਉੱਠ ਕੇ ਪਾਦਰੀ ਬਣ ਕੇ ਚਲ ਗਏ? ਕਿਉਂਕਿ ਪਰਮੇਸ਼ਵਰ ਨੇ ਠਹਿਰਾਇਆ ਨਹੀਂ। ਤੁਸੀਂ ਦੁਆ ਕਰੋ, ਜੇ ਤੁਸੀਂ ਪਾਸਟਰ ਬਣਨਾ ਚਾਹੁੰਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਚੁਣੇ। ਆਪਣੇ ਆਪ ਨੂੰ ਇਹੋ ਜਿਹਾ ਬਣਾਓ ਕਿ ਪਰਮੇਸ਼ਵਰ ਸਾਨੂੰ ਗ੍ਰਹਿਣ ਕਰੇ। ਆਂਟੀ ਦੇ ਘਰੇ ਵਚਨ ਸੁਣਾਇਆ ਸੀ, ਹੈ ਨਾ? ਇਹੋ ਸੁਣਾਇਆ ਸੀ ਨਾ, ਅਸੀਂ ਆਪਣੇ ਆਪ ਨੂੰ ਕੀ ਕਰੀਏ, ਇਹੋ ਜਿਹਾ ਕੀ ਕੰਮ ਕਰੀਏ ਕਿ ਪਰਮੇਸ਼ਵਰ ਸਾਨੂੰ ਗ੍ਰਹਿਣ ਕਰੇ। ਤੇ ਸਾਰਿਆਂ ਤੋਂ ਪਹਿਲਾ ਕੰਮ ਇਹ ਵੀ ਆ ਕਿ ਆਪਣੇ ਪਾਦਰੀ ਦਾ ਜਿਹੜਾ ਇੱਜ਼ਤ ਕਰੋ, ਆਗਿਆਕਾਰ ਬਣੋ ਆਪਣੇ ਪਾਸਟਰ ਦੇ। ਜਿੰਨਾ ਚਿਰ ਪਰਮੇਸ਼ਵਰ ਦੀ ਵੱਲੋਂ ਨਾ ਠਹਿਰਾਇਆ ਜਾਵੇ ਉਹਨਾਂ ਚਿਰ ਕੋਈ ਆਪਣੇ ਆਪ ਉੱਠ ਕੇ ਪਾਸਟਰ ਨਹੀਂ ਬਣ ਜਾਂਦਾ। ਯਾਕੂਬ ਦੀ ਕਿਤਾਬ ਉਹਦਾ 1 ਅਧਿਆਏ ਉਹਦਾ 22 ਤੇ 25 ਵਚਨ, ਜਿਹੜਾ ਭਾਈ ਕਾਲੇ ਨੇ ਯਾਦ ਵਚਨ ਵੀ ਪੜ੍ਹਿਆ ਸੀ, ਹੈ ਨਾ? ਤੇ ਇਹਦੀ ਆਪਾਂ ਵੇਖਦੇ ਹਾਂ ਵੀ ਪਰਮੇਸ਼ਵਰ ਕੀ ਕਹਿਣਾ ਚਾਹੁੰਦਾ ਸਾਨੂੰ। ਹਾਂਜੀ, परंतु वचन पर चलने वाले बनो। ਪਰਮੇਸ਼ਵਰ ਦਾ ਵਚਨ ਜਿਹੜਾ ਅੱਜ ਸੁਣਿਆ ਵਾ ਇਹਦੇ ਉੱਤੇ ਚੱਲਣ ਵਾਲੇ ਬਣੋ। और केवल सुनने वाले ही नहीं, जो ਸਿਰਫ ਸੁਣਨ ਵਾਲੇ ਨਾ ਬਣੋ ਕਿ ਅਸੀਂ ਸਿਰਫ ਸੁਣ ਲਿਆ, ਹੈ ਨਾ? ਤੇ ਜਿਹੜੇ ਸੁਣਨ ਵਾਲੇ ਬਣਦੇ ਆ ਉਹ ਇੱਕ ਕੰਨ ਤੋਂ ਨਹੀਂ ਸੁਣਦੇ ਤੇ ਦੂਜੇ ਕੰਨ ਤੋਂ ਨਹੀਂ ਕੱਢ ਦਿੰਦੇ ਆ। ਪਰਮੇਸ਼ਵਰ ਦਾ ਵਚਨ ਜਿਹੜਾ ਸਿਰਫ ਸੁਣਦੇ ਹੀ ਸੁਣਦੇ ਆ, ਉਹਦੇ ਤੇ ਅਮਲ ਨਹੀਂ ਕਰਦੇ, ਉਹ ਆਪਣੇ ਆਪ ਨੂੰ ਧੋਖਾ ਦਿੰਦੇ ਆ। ਹਾਂਜੀ, क्योंकि जो कोई वचन का सुनने वाला हो ਕਿਉਂਕਿ ਜੋ ਕੋਈ ਪਰਮੇਸ਼ਵਰ ਦੇ ਵਚਨ ਦਾ ਸਿਰਫ ਸੁਣਨ ਵਾਲਾ ਹੀ ਹੋਵੇ और उस पर चलने वाला न हो तो ਉਹਦੇ ਤੇ ਚੱਲਣ ਵਾਲਾ ਨਾ ਹੋਵੇ, ਜਿਹੜਾ ਪਰਮੇਸ਼ਵਰ ਦੇ ਦਾਸ ਨੇ ਸਾਨੂੰ ਸਮਝਾ ਦਿੱਤਾ ਉਸ ਦੇ ਮੁਤਾਬਿਕ ਆਪਣੀ ਜ਼ਿੰਦਗੀ ਨਾ ਬਤੀਤ ਕਰੇ। ਜਿਹੜਾ ਪਰਮੇਸ਼ਵਰ ਦੇ ਦਾਸ ਨੇ ਸਾਨੂੰ ਆਖ ਦਿੱਤਾ ਕੰਮ, ਉਹ ਕੰਮ ਅਸੀਂ ਨਾ ਕਰੀਏ। ਪਰਮੇਸ਼ਵਰ ਦੀ ਮਰਜ਼ੀ ਦੇ ਮੁਤਾਬਿਕ ਜੇ ਕੋਈ ਕੰਮ ਹੋਵੇ ਤਾਂ तो वह उस मनुष्य के समान है ਤੇ ਉਹ ਉਸ ਆਦਮੀ ਦੇ ਸਮਾਨ ਆ जो अपना स्वाभाविक मुंह दर्पण में देखता है। ਜੋ ਆਪਣਾ ਸੁਭਾਵਿਕ ਮੂੰਹ ਦਰਪਣ में ਦੇਖਦਾ ਹੈ। ਸੁਭਾਵਿਕ ਮਤਲਬ ਆਪਣਾ ਅਸਲੀ ਚਿਹਰਾ ਜਿਹੜਾ ਵਾ ਸ਼ੀਸ਼ੇ ਦੇ ਵਿੱਚ ਵੇਖਦਾ ਵਾ। ਹਾਂਜੀ, इसलिए कि वह अपने आप को देखकर चला जाता है, वो तुरंत भूल जाता है कि मैं ਸ਼ੀਸ਼ੇ 'ਚ ਆਪਦੀ ਸ਼ਕਲ ਵੇਖਦਾ, ਤੁਰ ਜਾਂਦਾ ਵਾ, ਫੇਰ ਭੁੱਲ ਜਾਂਦਾ, ਉਸੇ ਵੇਲੇ ਤੁਰੰਤ ਭੁੱਲ ਜਾਂਦਾ ਉਹ, ਉਹਨੂੰ ਯਾਦ ਨਹੀਂ ਰਹਿੰਦਾ। ਤੇ ਅਸੀਂ ਸ਼ੀਸ਼ੇ ਦੇ ਅੱਗੇ ਕਾਹਦੇ ਲਈ ਜਾਂਦੇ ਆ? ਕੀ ਕਰਨ ਜਾਂਦੇ ਆ ਸ਼ੀਸ਼ੇ ਦੇ ਅੱਗੇ? ਅਸੀਂ ਸ਼ੀਸ਼ੇ ਦੇ ਅੱਗੇ ਕਿਉਂ ਜਾਂਦੇ ਆ? ਸਾਡੀਆਂ ਕਮੀਆਂ ਕੱਢਣ ਵਾਸਤੇ। ਮੇਰੀ ਟਾਈ ਸਹੀ ਲੱਗੀ ਆ, ਮੇਰਾ ਕੋਈ ਬਟਨ ਤਾਂ ਨਹੀਂ ਖੁੱਲਾ, ਮੇਰੇ ਕੋਈ ਖੁਸ਼ਕੀ ਤਾਂ ਨਹੀਂ ਲੱਗੀ ਮੂੰਹ ਤੇ, ਮੇਰਾ ਕਿਤੇ ਸਿਰ ਵਾਹੁਣ ਵਾਲਾ ਤਾਂ ਨਹੀਂ ਰਹਿ ਗਿਆ। ਸ਼ੀਸ਼ੇ ਦੇ ਅੱਗੇ ਅਸੀਂ ਕਮੀਆਂ ਕੱਢਣ ਜਾਂਦੇ ਆ ਤੇ ਪਰਮੇਸ਼ਵਰ ਦੇ ਭਵਨ ਦੇ ਵਿੱਚ ਵੀ ਅਸੀਂ ਆਪਣੀਆਂ ਕਮੀਆਂ ਕੱਢਣ ਆਉਂਦੇ ਆ। ਜਦੋਂ ਅਸੀਂ ਪਰਮੇਸ਼ਵਰ ਦਾ ਵਚਨ ਸੁਣਦੇ ਆ ਉਹਨਾਂ ਚਿਰ, ਜਿੰਨਾ ਚਿਰ ਅਸੀਂ ਸ਼ੀਸ਼ੇ ਦੇ ਅੱਗੇ ਖੜੇ ਰਹਿੰਦੇ ਉਹਨਾਂ ਚਿਰ ਸਾਨੂੰ ਸਾਡੀਆਂ ਕਮੀਆਂ ਵਿਖਦੀਆਂ ਨੇ। ਜਿੰਨਾ ਚਿਰ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਬਿਠੇ ਰਹਿੰਦੇ ਆ, ਪਰਮੇਸ਼ਵਰ ਦਾ ਵਚਨ ਸੁਣਦੇ ਰਹਿੰਦੇ ਆ, ਉਹਨਾਂ ਚਿਰ ਸਾਨੂੰ ਸਾਡੀਆਂ ਕਮੀਆਂ ਵਿਖਦੀਆਂ ਨੇ। ਉਦੋਂ ਸਾਨੂੰ ਲੱਗਦਾ ਵੀ ਵਾਕਈ ਬਿਲਕੁਲ ਸਹੀ ਵਚਨ ਸੁਣਾਇਆ ਵਾ, ਇਹ ਮੇਰੀ ਜੀਵਨ ਤੇ ਵੀ ਲੱਗਦਾ ਵਾ। ਤੇ ਕਈ ਵਾਰੀ ਸਾਨੂੰ ਐਂ ਲੱਗਦਾ ਵੀ ਅੱਜ ਤੇ ਮੇਰੇ ਤੇ ਸਾਰਾ ਵਚਨ ਘਟਿਆ, ਪਤਾ ਨਹੀਂ ਕਿਹਨੇ ਦੱਸਿਆ ਇਹਨੂੰ ਮੇਰੇ ਬਾਰੇ। ਤੇ ਉਹ ਕਿਸੇ ਨੇ ਦੱਸਿਆ ਨਹੀਂ ਹੁੰਦਾ, ਬਲਕਿ ਪਰਮੇਸ਼ਵਰ ਦਾ ਵਚਨ ਸਾਡੀਆਂ ਕਮੀਆਂ ਕੱਢਣ ਵਾਸਤੇ ਹੁੰਦਾ ਵਾ। ਤੇ ਜਦੋਂ ਅਸੀਂ ਚਰਚ ਦੇ ਵਿੱਚੋਂ ਚਲੇ ਜਾਂਦੇ ਆ ਜਾਂ ਪਰਮੇਸ਼ਵਰ ਦੇ ਘਰ ਦੇ ਵਿੱਚੋਂ ਅਸੀਂ ਚਲੇ ਜਾਂਦੇ ਆ, ਵਚਨ ਦੇ ਅੱਗੋਂ ਅਸੀਂ ਪਾਸੇ ਹਟ ਜਾਂਦੇ ਆ ਤੇ ਸਾਨੂੰ ਚੇਤਾ ਭੁੱਲ ਜਾਂਦਾ ਵੀ ਮੇਰੀਆਂ ਕੀ ਕੀ ਕਮੀਆਂ ਸੀ। ਅਸੀਂ ਸਿਰਫ ਜਦੋਂ ਸੁਣਦੇ ਹੀ ਹਾਂ ਤੇ ਉਹਨੂੰ ਅਮਲ ਨਹੀਂ ਕਰਦੇ, ਪਰਮੇਸ਼ਵਰ ਦੇ ਵਚਨ ਨੂੰ, ਆਪਣੀਆਂ ਕਮੀਆਂ ਨੂੰ ਨਹੀਂ ਕੱਢਦੇ। ਤੇ ਅਸੀਂ ਇੱਕ ਕੰਨ ਥੋਣੀ ਵਚਨ ਸੁਣਦੇ ਤੇ ਦੂਸਰੇ ਕੰਨ ਥੋਣੀ ਕੱਢ ਦਿੰਦੇ ਆ। ਅਸੀਂ ਪਰਮੇਸ਼ਵਰ ਦੇ ਵਚਨ ਨੂੰ ਫਿਰ ਗ੍ਰਹਿਣ ਹੀ ਨਹੀਂ ਕਰਦੇ। ਹਾਂਜੀ, और जो व्यक्ति स्वतंत्रता की सिद्ध व्यवस्था पर ध्यान करता रहता है ਪਰ ਜਿਹੜਾ ਆਦਮੀ ਜਿਹੜਾ ਵਾ ਆਜ਼ਾਦੀ ਦੀ ਜਿਹੜੀ ਸਿੱਧ ਵਿਵਸਥਾ ਵਾ, ਜਿਹੜਾ ਉਹਦਾ ਇੰਤਜ਼ਾਮ ਹੈ, ਜਿਹੜਾ ਉਹਦੇ ਉੱਤੇ ਧਿਆਨ ਕਰਦਾ ਵਾ, वह अपने काम में इसलिए आशीष पाएगा ਉਹ ਆਪਣੇ ਕੰਮ ਦੇ ਵਿੱਚ ਇਸ ਕਰਕੇ ਆਸੀਸ਼ ਪਾਏਗਾ ਕਿ ਉਹਨੇ ਪਰਮੇਸ਼ਵਰ ਦਾ ਵਚਨ ਸੁਣਿਆ ਵੀ ਔਰ ਉਹਦੇ ਤੇ ਅਮਲ ਵੀ ਕੀਤਾ।
जो परमेश्वर के दास ने परमेश्वर की मर्जी के मुताबिक सानू दसिया उन्हों पूरा किया। जो असी वचन के विचों सीखिया उन्होंने ग्रहण किया, उन्होंने अपनी जिंदगी के विच अपलाई किया, तो फिर परमेश्वर के कोलों आशीष ली। तो जे असी सुनिया ही सुनिया उस तो बाद चल गए, साडी सेहत ते कोई असर नहीं पिया, तो फिर असी परमेश्वर के कोलों आशीष कभी भी नहीं लै सकते कि ले लांगे। जड़ा बच्चा साढ़े आखे ही नहीं लगता है ना, तो वह बच्चा साढ़े को की लैगा, झिड़का ही लैगा ना। तो जड़ा बच्चा आखे लगेगा उस बच्चे नूं माँ बाप जरा वा अपने मनपसंद दी चीज़ां उन्होंने बिना दसे लिया के दे देंदे ने। तो इस करके जे असी चाहुंदे हां परमेश्वर सानू आशीष देवे, परमेश्वर सानू बरकतां देवे, परमेश्वर साडी जिंदगी जिहड़ी आ बड़ी सौखी कर दे, तो सानू की आ परमेश्वर का वचन सिर्फ सुनना ही नहीं आ बल्कि उहदे उत्ते चलना भी आ। इब्रानियों की किताब 13 अध्याय उहदा 17 वचन। इब्रानियों याकूब तो पहला आउंदी आ। इब्रानियों 13 अध्याय उहदा 17 वचन। हाँ जी, इब्रानियों 13 अध्याय उहदा 17 वचन। अपने अगुओं की आज्ञा मानो, अपने आगुआं दी आग्या मानो, ਉਹ ਜਿਹੜਾ ਤੁਹਾਨੂੰ ਕੰਮ ਦੱਸਦੇ ਆ ਉਹ ਕੰਮ ਕਰੋ, और उनके अधीन रहो, ਉਹਨਾਂ ਦੇ ਅੰਡਰ ਚ ਰਹੋ, ਉਹਨਾਂ ਤੋਂ ਬਾਹਰ ਨਾ ਜਾਓ, क्योंकि वे उनके समान तुम्हारे प्राणों के लिए जागते रहते हैं। ਕਿਉਂਕਿ ਉਹ ਉਹਨਾਂ ਲੋਕਾਂ ਦੇ ਸਮਾਨ ਤੁਹਾਡੇ ਵਾਸਤੇ ਜਾਗਦੇ ਰਹਿੰਦੇ ਆ ਜਿਨ੍ਹਾਂ ਨੂੰ ਲੇਖਾ ਦੇਣਾ ਪਏਗਾ। ਪੜੋ, क्योंकि वे उनके समान तुम्हारे प्राणों के लिए जागते रहते हैं जिन्हें लेखा देना पड़ेगा। जिन्हां नूं लेखा देना पएगा उन्हां लोकां दे वांगू ਉਹ ਤੁਹਾਡੇ ਜਾਨ ਦੀ ਰੱਖਿਆ ਵਾਸਤੇ ਜਾਗਦੇ ਰਹਿੰਦੇ ਆ। ਹੁਣ ਜਾਨ ਦੀ ਰੱਖਿਆ ਵਾਸਤੇ ਹੈ ਨਾ, ਤੇ ਆਪਾਂ ਵੇਖਦੇ ਆ ਅਸੀਂ ਚਰਚ ਵਿੱਚ ਕਿਉਂ ਅੱਜ ਬੈਠੇ ਆ ਸਾਰੇ। ਅੱਜ ਸਬਤ ਦਾ ਦਿਨ ਜਿਹੜਾ ਵਾ ਅਸੀਂ ਆਰਾਧਨਾਲय ਦੇ ਵਿੱਚ ਆ ਕੇ ਬੈਠੇ ਆ, ਕਿਉਂ? ਹਾਂਜੀ ਭੈਣ ਜੀ, क्यों बैठे आप? परमेश्वर की आशीष लैन वास्ते। हाँ जी भाजी, अज सबत के दिन जी साडी स्वर्ग दे विच भी हाज़री लगे, वो भाई साहब इस वास्ते भी बैठे ने। हाँ जी, होर कोई दसो? बिल्कुल सही आख्या इन्होंने। जिहड़े अज असी परमेश्वर के भवन दे विच बैठे हाँ, उनकी बंदगी करते हैं, उनकी आराधना करते हैं, वो असी अपनी शरीरिक सुख शांति वास्ते नहीं बल्कि साड़ी आत्मा नूं बचाउण वास्ते अज असी बंदगी करते हैं, अज असी आराधनावां करते हैं। बड़ा वधिया दस्सिया वा। मलाकी की किताब पढ़ीए तो उहदे विच दस्सिया जांदा कि जिहड़े लोग परमेश्वर दे जिहड़ा तय कीते हुए दिन दे विच आराधना करते हैं, बंदगी करते हैं, उन्हां दा नाम एक यादगिरी की किताब दे विच स्वर्ग दे विच लिखिया जांदा। बड़ी वधिया गल आ। इस करके असी अपनी आत्मा नूं बचाउण दे वास्ते अज सारे जाने इकट्ठे होकर अलग अलग जगहों ते असी प्रार्थना करते हैं। अगे वे यह काम आनंद से करें, न कि ठंडी सांस ले लेकर। ते जड़ा परमेश्वर के दास ने सानू काम सौंप दिता वा वो बड़ी खुशी दे नाल करे। हाय होए ठंडी होका भर के कभी परमेश्वर का काम नहीं करना। ठीक है, जिवें पता नहीं किड्डा क पहाड़ टुट पिया हुंदा वा। हाँ जी, क्योंकि इस दशा में तुम्हें कुछ लाभ नहीं। ਜਦੋਂ ਤੁਸੀਂ ਠੰਡੇ ਠੰਡੇ ਹੋ ਕੇ ਲੈ ਕੇ ਪਰਮੇਸ਼ਵਰ ਦੇ ਘਰ ਦੇ ਕੰਮ ਕਰੋਗੇ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਜਦੋਂ ਤੁਸੀਂ ਘਰਾਂ ਦੇ ਵਿੱਚ ਸੁੱਤੇ ਹੁੰਦੇ ਹੋ ਗਰਮੀਆਂ ਦੇ ਦਿਨਾਂ ਦੇ ਵਿੱਚ, ਉਧਰੋਂ ਲੂ ਚੱਲਦੀ ਆ, ਉਧਰੋਂ ਮਿੱਟੀ ਘੱਟਾ ਚੱਲਦਾ ਵਾ, ਉਧਰੋਂ ਐਡੀ ਸੇਕ ਵੱਜਦਾ ਵਾ ਜੇ ਨੰਗੇ ਪੈਰੀ ਤੇ ਵੈਸੇ ਵੀ ਨਹੀਂ ਤੁਰਿਆ ਜਾਂਦਾ। ਤੇ ਜਿਹੜੇ ਚੱਪਲਾਂ ਦੇ ਨਾਲ ਬਾਈਕ ਤੇ ਜਾਂਦੇ ਉਹਨਾਂ ਨੂੰ ਪੁੱਛ ਕੇ ਵੇਖਿਓ ਕਿਵੇਂ ਸੇਕ ਵੱਜਦਾ ਜਿਹੜਾ ਚਮੜੀ ਦੇ ਉੱਤੇ ਹੈ ਨਾ, ਹੱਥਾਂ ਪੈਰਾਂ ਤੇ ਕਿਵੇਂ ਸੇਕ ਵੱਜਦਾ ਵਾ। ਆਪਾਂ ਪੱਖਿਆਂ ਦੇ ਥੱਲੇ, ਕੂਲਰਾਂ ਦੇ ਅੱਗੇ, ਏਸੀਆਂ ਦੇ ਵਿੱਚ ਬੈਠੇ ਰਹਿੰਦੇ ਆ, ਸੁੱਤੇ ਰਹਿੰਦੇ ਆ,
पर जो परमेश्वर का दास जिहड़ा गर्मी दे विच मिट्टी घट्टे दे विच धुप दे विच साडे कोले आ जांदा वा ते साडी नींद खराब कर दिंदा वा, उदों असीं की कहने लै आ गया जी साडी नींद खराब करना। भाजी तुसीं ना शामी आया करो, मैं तुहानूं दसदा। इतना ही हुंदा ना, असीं इतना समझदे हां साडी नींद खराब हुंदी आ, पर ਉਹ बड़े खुशी दे नाल धुप्पां बर्दाश्त करदे आ, बड़ी खुशी दे नाल जिहड़ा वा ਉਹ लूह दे विच चलदे हुंदे आ, बड़ी खुशी दे नाल जिहड़ा वा दूर दूर तक ਤੁਹਾਡੇ वास्ते जांदे आ। सर्दियों दिनों दे विच मैनूं पता हुण सर्दियां गईयां सी, रात दे 3-3 4-4 बजे तक साडीआं लत्तां नहीं सी निੱਘੀਆਂ ਹੁੰਦੀਆਂ ਜਦੋਂ ਅਸੀਂ ਬੰਦਗੀ ਕਰਕੇ ਆਉਂਦੇ ਹਾਂ। आ 15-15 मिनटां ਦਾ सफ़र ਜਿਹੜਾ ਵਾ 2-2 ਘੰਟਿਆਂ ਦੇ ਵਿੱਚ ਕੀਤਾ। ਇੰਨੀ ਧੁੰਦ ਹੁੰਦੀ ਸੀ, ਇੰਨੀ ਠੰਡ ਹੁੰਦੀ ਸੀ। किंदे वास्ते? असी तो मान लो मैं ना पादरी हुंदा, ना परमेश्वर ने चुनिया हुंदा, तो मैं तो फिर जिवें अज परमेश्वर के वचन च मैं तुहानूं सिखा रहा वां, तो मैं आप कल्ला ही आपकी आत्मिक उन्नति करता रहिंदा। मैं भी आपदे घर दे विच आराम नाल बैठ के जिहड़ा वा परमेश्वर का वचन ग्रहण कर सकदा सी। हर सब्बत जाके मैं भी जिहड़ा वा परमेश्वर की हजूरी दे विच जा सकदा सी, आराधनालय दे विच जाके प्रार्थनावां कर सकदा सी, बंदगी कर सकदा सी। तो इस करके जिहड़ा साडे वास्ते मेहनत करते हैं, रात नूं सर्दियां दे विच भज्जे फिरदे ने, दुपहरे गर्मियां दे विच भज्जे फिरदे ने, ते उन्हां दा की आ इज्जत करया करो। वो तुहाडी जान बचाउण वास्ते, तुहाडी आत्मा जिहड़ी आ बचाई जावे, तुहाडी जान वास्ते रात दिन एक कर दिंदे ने। वो तुहाडे वास्ते भुखे रहिंदे ने, तुहाडे वास्ते। सानू नहीं पता हुंदा, पर पादरी ने रोज़ा रखा हुंदा, जो भाई साडे विच आया ही नहीं आ। मैनूं पता वा हर शुक्रवार मैं उहदे वास्ते फास्ट रखदा सी। जिद्दां ज़्यादा जरूरत पैंदी सी उदों मैं 2-2 3-3 इकट्ठे फास्ट रखदा सी। कुछ बिना खाधे पीते अपना खून गाढ़ा किने करवाया? पादरी ने, है ना। अपनी शरीर का नुकसान किने करवाया? साडे आगू ने। तो फिर भी असी चर्च नहीं आउंदे। जान किंदी बचनी आ? जो मैं गल दसांगा जज असी वचन सुना रहे हैं, मैं मान लो हुण लूह चलन दी आ, दोपहर का समय आ, है ना, तो मैं तुहाडे कोले आया वां, तुहानूं सुत्तिआं नूं उठा के प्रार्थना करने वास्ते आख्या वा, तो किंदी जान बचेगी? मेरी बचेगी जां तुहाडी बचेगी? वो तुहाडी जान बचाउण दी खातर ये काम बड़ी खुशी दे नाल करदे आ। तुसीं पादरी नूं भावें किन्ना भी दुख होवे, ਉਹ ਕੀ ਆ ਲੋਕਾਂ ਦੇ ਵਿੱਚ बड़ा खुश विखेगा, सिर्फ उन्हां दी खुशी दे विच खुश होएगा। घरे भावें खुशी होवे, पर जदों कलीसिया दे घर च दुख आ, उन्हां दे घरे दुखी भी होएगा। एक पादरी 100 लोगों वर्गा हो सकता वा, पर 100 लोग एक आदमी वर्गे नहीं हो सकते। कारण असी अपनी कमियां नहीं कढ़ना चाहते। हुणे पढ़िया सी पिछे वचन कि असी शीशे दे विच आपदी शक्ल वेखदे हां ते फिर चले जाने हां, सानू चेता भुल जांदा साडीआं कमियां की सी। फिलिपियों 4 अध्याय उहदा 9वां वचन, आखिरी वचन है। जो बातें तुमने मुझसे सीखी और ग्रहण की, जड़ियां गल्लां अज तुसी मेरे कोलों सिक्खियां ने ते ग्रहण कीतियां ने, और सुनी और तो सुनिया ने, और मुझ में देखी, और मेरे विच वेखियां ने तुसी जड़ियां गल्लां, उन्हीं का पालन किया करो। उन्हां दा पालन किया करो। तब परमेश्वर जो शांति का सोता है तुम्हारे साथ रहेगा। फिर जड़ा वा परमेश्वर आ जड़ा शांति का सोता वा, जड़ा शांति का समुंदर आ, वो किया सानू ग्रहण करेगा। कौन कहता है? संत पलूस रसूल कह रहा वा भी जड़ियां गल्लां तुसीं मेरे विच वेखियां, अज दे वचन के मुताबिक तुसीं सुनिया, अज दे वचन के मुताबिक तुसीं सिखियां, ते किया जड़ियां इन्हां दे मुताबिक तुसीं चलो। ये नहीं है कि असीं एक कन थोड़ी सुनीए तो दूसरे कन थोड़ी कढ़ दईए। जे असीं चाहुंदे आ कि परमेश्वर जड़ा वा साडी जिंदगी दे विच काम करे, परमेश्वर जड़ा वा वो साडे नाल नाल रवे, परमेश्वर सानू आशीष देवे, ते असीं अज जड़ा वचन सुनिया वा सिर्फ सुनना नहीं आ, इहदे ते अमल भी करना वा। इस करके असी परमेश्वर के वचन जड़ा सिर्फ सुनने वाले नहीं, बल्कि परमेश्वर के वचन के उत्ते चलण वाले भी बनीए, उहदे ते अमल भी कर सकीए। तो इस वास्ते असी जड़ा वा प्रार्थनावां करते रहिए। परमेश्वर तुहानूं सारिआं नूं आशीष
ਔਰ ਬਰਕਤ ਦੇਵੇ। ਅੱਜ ਦਾ ਸਬਤ ਦਾ ਦਿਨ ਤੁਹਾਨੂੰ ਸਾਰਿਆਂ ਨੂੰ ਮੁਬਾਰਕ ਹੋਵੇ।